ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਅਸੀਂ ਅੱਜ ਬੈਠੇ ਹਾਂ ਜ਼ਿਲ੍ਹਾ ਬਠਿੰਡਾ ਦਾ ਪਿੰਡ ਗਹਿਰੀ ਭਾਗੀ ਤੇ ਗੱਲਬਾਤ ਕਰਾਂਗੇ। ਤੁਸੀਂ ਜਾਣਦੇ ਹੋ ਬਾਈ ਪ੍ਰਗਟ ਨਾਲ। ਬਾਈ ਪ੍ਰਗਟ ਹੋਣਾ ਨੇ ਕਿਤਾਬ ਲਿਖੀ ਹੈ ਨਰਮੇ ਦੀ ਖੇਤੀ ਨੂੰ ਲੈ ਕੇ। ਨਰਮੇ ਦੀ ਜੇ ਆਪਾਂ ਥੋੜੀ ਇਤਿਹਾਸ ਦੀ ਗੱਲ ਕਰੀਏ ਤਾਂ ਨਰਮਾ ਯੂਰਪ ਜਾਂ ਅਫਰੀਕਾ ਦੇ ਕੁਝ ਦੇਸ਼ਾਂ ਵਿੱਚ ਪਹਿਲਾਂ ਬੀਜਿਆ ਜਾਂਦਾ ਸੀਗਾ। ਉੱਥੇ ਨਰਮੇ ਦੇ ਵੱਡੇ ਦਰਖਤ ਹੁੰਦੇ ਸੀਗੇ। ਉਸ ਤੋਂ ਬਾਅਦ 5ਵੀਂ ਸਦੀ ਦੇ ਵਿੱਚ ਨਰਮਾ ਭਾਰਤ ਵਿੱਚ ਆਇਆ। ਪਾਕਿਸਤਾਨ ਦੇ ਇੰਡਸ ਵੈਲੀ ਦੇ ਨੇੜੇ ਤੇੜੇ ਉਸ ਇਲਾਕੇ ਦੇ ਵਿੱਚ ਨਰਮੇ ਦੀ ਖੇਤੀ ਕੀਤੀ ਜਾਂਦੀ। ਉੱਥੇ ਨਰਮੇ ਦੀ ਖੇਤੀ ਨੂੰ ਛਮਾਈ ਕੀਤਾ ਜਾਣ ਲੱਗਿਆ ਇੱਕ ਫਸਲ ਦੇ ਤੌਰ ਤੇ। ਹੁਣ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ 3 ਜ਼ਿਲ੍ਹਿਆਂ ਦੇ ਵਿੱਚ ਨਰਮਾ ਰਹਿ ਗਿਆ, ਬਠਿੰਡਾ, ਫਾਜ਼ਿਲਕਾ ਤੇ ਮਾਨਸਾ। ਇਹਨਾਂ ਦੇ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਰਹਿ ਕੁਝ ਇਲਾਕੇ ਦੇ ਵਿੱਚ ਰਹਿ ਗਿਆ। ਉਸ ਤੋਂ ਬਾਅਦ ਹਰਿਆਣੇ ਦਾ ਕੁਝ ਇਲਾਕਾ ਜਿਹੜਾ ਰਾਜਸਥਾਨ ਨਾਲ ਲੱਗਦਾ ਉਹ ਨਰਮਾ ਬੀਜਦਾ। ਰਾਜਸਥਾਨ ਦਾ ਕੁਝ ਇਲਾਕਾ ਜਿੱਥੋਂ ਤੱਕ ਪਾਣੀ ਜਾਂਦਾ ਉੱਥੇ ਨਰਮਾ ਬੀਜਿਆ ਜਾਂਦਾ, ਜਾਂ ਗੁਜਰਾਤ ਦੇ ਵਿੱਚ ਨਰਮਾ ਬੀਜਿਆ ਜਾਂਦਾ। ਸੋ ਬਾਈ ਹੁਣਾਂ ਦੀ ਨਰਮੇ ਦੇ ਵਿਸ਼ੇ ਤੇ ਚੰਗੀ ਪਕੜ ਆ, ਇਹਨਾਂ ਦੀ ਨਰਮੇ ਦੀ ਖੇਤੀ ਕਰਦੇ ਨੇ। ਆਜੋ ਆਪਾਂ ਨਰਮੇ ਬਾਰੇ ਗੱਲਬਾਤ ਕਰਦੇ ਹਾਂ ਤੇ ਆ ਜਿਹੜੀ ਕਿਤਾਬ ਹੈ ਕੁਝ ਇਹਦੇ ਵਿੱਚੋਂ ਗੱਲਾਂ ਬਾਤਾਂ ਕਰਾਂਗੇ। ਕੀ ਹਾਲ ਆ ਬਾਈ ਪ੍ਰਗਟ? ਸਤਿ ਸ਼੍ਰੀ ਅਕਾਲ ਬਾਈ, ਬਹੁਤ ਵਧੀਆ ਜੀ। ਸਤਿ ਸ਼੍ਰੀ ਅਕਾਲ ਬਾਈ। ਪਹਿਲਾਂ ਤਾਂ ਪ੍ਰਗਟ ਵੀਰੇ ਆਪਾਂ ਇਹ ਦੱਸੋ, ਤੁਸੀਂ ਨਰਮੇ ਦੀ ਖੇਤੀ ਘਟਣ ਦਾ ਕੀ ਕਾਰਨ ਹੈ? ਨਰਮੇ ਦੀ ਖੇਤੀ ਪਹਿਲਾਂ ਪੰਜਾਬ 'ਚ ਕਿੰਨੇ ਜ਼ਿਲ੍ਹਿਆਂ 'ਚ ਹੁੰਦੀ ਸੀ ਤੇ ਹੁਣ ਕਿੰਨਿਆਂ 'ਚ ਹੋ ਰਹੀ ਆ? ਦੇਖੋ, ਪਹਿਲਾਂ ਪੰਜਾਬ ਦੇ ਜਦੋਂ ਬੀਟੀ ਕਾਟਨ ਇੱਥੇ ਮਾਨਤਾ ਹੋਈ ਹੈ 2007 ਤੋਂ ਬਾਅਦ ਆਇਆ ਬੀਟੀ। ਪਹਿਲਾਂ ਉਹਦਾ ਵੀ ਬੜਾ ਰੌਲਾ ਚੱਲਦਾ ਸੀ ਵੀ ਇੱਦਾਂ ਇਹ ਨਹੀਂ ਆਉਣਾ ਚਾਹੀਦਾ ਜਾਂ ਇਹ ਖਤਰਾ ਵੀ ਹੈਗਾ ਸੀਗਾ, ਕਿਉਂਕਿ ਪ੍ਰਾਈਵੇਟ ਸੈਕਟਰ ਦਾ ਇਹ 'ਤੇ ਕਬਜ਼ਾ ਹੋ ਚੁੱਕਿਆ। ਸਰਕਾਰੀ ਜਿਹੜਾ ਅਦਾਰਾ ਇਸ ਸਮੇਂ ਉਹ ਰਿਕਮੈਂਡੇਸ਼ਨਾਂ ਹੀ ਦੇ ਸਕਦਾ, ਕੋਈ ਬੀਜ ਨਹੀਂ ਦੇ ਰਿਹਾ, ਕੋਈ ਉਹਦੇ 'ਤੇ ਹੋਰ ਤਰੀਕੇ ਦਾ ਕੰਮ ਨਹੀਂ ਹੋ ਰਿਹਾ ਜੀ ਬਾਈ। ਇਹ ਹਾਈਬ੍ਰਿਡਾਈਜੇਸ਼ਨ ਹੋ ਗਿਆ ਸਾਰਾ। ਜਿੰਨੀਆਂ ਵੈਰਾਈਟੀਆਂ ਹੁਣ ਲੱਗ ਰਹੀਆਂ, ਲਗਭਗ ਉਸ ਦਾ ਵੱਧੋ ਵੱਧ ਏਰੀਆ ਜਿਹੜਾ ਲੱਗਦਾ ਉਹ ਹਾਈਬ੍ਰਿਡ ਨਰਮਿਆਂ ਦਾ ਲੱਗਦਾ। ਠੀਕ ਆ ਵੀਰੇ। ਤੇ ਪਹਿਲਾਂ ਪੰਜਾਬ ਦੇ ਵਿੱਚ ਬਾਘੇ ਪੁਰਾਣੇ ਤੇ ਇੱਕ ਨਰਮਾ ਹੁੰਦਾ ਸੀ, ਲਗਭਗ 7 ਜ਼ਿਲ੍ਹੇ ਕਵਰ ਹੋ ਜਾਂਦੇ ਸੀ। ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ, ਮੋਗਾ ਵੀ ਹੋ ਜਾਂਦਾ ਸੀ, ਮਾਨਸਾ ਹੋ ਜਾਂਦਾ ਸੀ, ਬਰਨਾਲਾ, ਈਵਨ ਸੰਗਰੂਰ ਵੀ ਹੁੰਦਾ ਸੀ। ਪਰ ਹੁਣ ਡੱਬਾਂ ਦੇ ਵਿੱਚ ਨਰਮਾ, ਇੱਕ ਜ਼ਿਲ੍ਹਾ ਵੀ ਬਹੁਤ ਵੱਡਾ ਹੁੰਦਾ, 50 ਕਿਲੋਮੀਟਰ ਤੱਕ ਏਰੀਆ, ਆਪਾਂ ਕਹਿ ਲਈਏ 50 ਸਕੁਅਰ ਕਿਲੋਮੀਟਰ ਏਰੀਆ ਕਵਰ ਕਰ ਜਾਂਦਾ, ਜਿਹਦੇ ਵਿੱਚ ਕਾਫੀ ਬਲਾਕ ਹੁੰਦੇ ਆ, ਤਹਿਸੀਲਾਂ ਹੁੰਦੀਆਂ। ਤੇ ਪਰ ਉਹ ਵੀ ਹੁਣ ਘਟਣ ਲੱਗ ਗਿਆ। ਕਾਰਨ ਉਹਦਾ ਇਹੀ ਆ ਕਿ ਇਹਦੇ ਵਿੱਚ ਮਾਰ ਪਈ, ਬਰਸਾਤੀ ਮਾਰ ਕਾਫੀ ਪੈਂਦੀ ਹੈ। ਇਹਦੇ ਵਿੱਚ ਇਹ ਮੇਜਰ ਕ੍ਰੌਪ ਆ ਤੇ ਕਣਕ ਦਾ ਝਾੜ ਇਸ ਖੇਤਾਂ ਦੇ ਵਿੱਚ ਘੱਟ ਹੁੰਦਾ। ਠੀਕ ਹੈ। ਇੱਕ ਪਾਣੀ ਦੀ ਵੀ ਥੋੜੀ ਜਿਹੀ ਦਿੱਕਤ ਸੀਗੀ ਜੀ ਬਾਈ। ਬਰਸਾਤਾਂ 'ਤੇ ਤਾਂ ਖੇਤੀ ਕੋਈ ਵੀ ਕੀਤੀ ਨਹੀਂ ਜਾ ਸਕਦੀ। ਬਰਸਾਤ ਆਪਾਂ ਸਿਫਾਰਿਸ਼ 'ਤੇ ਨਹੀਂ ਪਵਾ ਸਕਦੇ ਹੈਗੇ, ਉਹਦੇ ਲਈ ਕੋਈ ਵੀ ਆਪਣੇ ਕੋਲ ਐਫਰਟ ਨਹੀਂ ਹੈਗਾ। ਪੈ ਗਈ ਤਾਂ ਠੀਕ, ਨਾ ਪਈ ਤਾਂ ਵੀ ਠੀਕ, ਆਪਾਂ ਨੂੰ ਮੰਨਣਾ ਪੈਂਦਾ। ਪਰ ਜਦੋਂ ਤੋਂ ਇਹਦਾ ਏਰੀਆ ਘਟਣ ਦਾ ਮੇਨ ਕਾਰਨ ਇਹੀ ਹੈ ਕਿ ਜਿਹੜਾ ਆਮਦਨ ਨੂੰ ਲੈ ਕੇ ਝੋਨੇ ਦੇ ਵਿੱਚ ਸਖਾਈ ਹੋ ਗਈ ਸੀ ਵੀ ਘੱਟੋ ਘੱਟ 50,000 ਤਾਂ ਹੋ ਹੀ ਜਾਣਾ ਨਾ। ਇਹਦੇ ਵਿੱਚ ਤਾਂ ਪੱਲਿਓਂ ਵੀ ਪੈਸੇ ਪੈ ਜਾਂਦੇ ਸੀਗੇ। ਠੀਕ ਹੈ। ਜਦੋਂ ਪਹਿਲਾਂ 1992 ਤੋਂ ਬਾਅਦ ਕਾਫੀ ਵਾਰ ਅਟੈਕ ਹੋਇਆ ਇਹਦੇ ਤੇ 2002 ਦੇ 3 ਦੇ ਵਿੱਚ ਬੜਾ ਪੈਸਟੀਸਾਈਡ ਇੱਕ ਘਟਾਲਾ ਹੋਇਆ, ਜਿਹਦੇ ਵਿੱਚ ਤੇ ਨਰਮ ਸਪਰੇਹਾਂ ਕਰਕੇ ਵੀ ਸੁੰਡੀ ਦਾ ਅਟੈਕ ਨਹੀਂ ਮਰਿਆ। ਫਿਰ ਬੀਟੀ ਨੂੰ ਲਿਆਉਣਾ ਪਿਆ ਉਹਨਾਂ ਨੇ ਕਿਹਾ ਵੀ ਇਹਦਾ ਹੱਲ ਜੀਨ ਲੈਵਲ ਤੇ ਹੋ ਸਕਦਾ, ਇਹ ਸੁੰਡੀ ਨੂੰ ਮਾਰਿਆ ਨਹੀਂ ਜਾ ਸਕਦਾ, ਕਿਉਂਕਿ ਨਰਮੇ ਦੀ ਫਸਲ ਇੱਕ ਬਾਗ ਵਰਗੀ ਹੁੰਦੀ ਤੇ ਸਵਰਲੀ ਵਿਰਲੀ ਆ, ਪਰ ਪੱਤਾ ਚੌੜਾ ਹੁੰਦਾ, ਬੂਟਾ ਬਾਗ ਵਾਂਗੂ ਡਿਵੈਲਪ ਹੁੰਦਾ, ਫਰੂਟ ਵੀ ਬਾਗ ਵਾਂਗੂ ਲੱਗਦਾ। ਤੇ ਜੇ ਇਹਦੇ ਤੇ ਕੋਈ ਇਨਸੈਕਟ ਆਉਂਦਾ, ਕੀੜਾ ਆਉਂਦਾ ਜਾਂ ਰਸ ਚੂਸ ਕੀੜਾ ਆਉਂਦਾ, ਇਹਨੂੰ ਸੁੰਡੀ ਆਉਂਦੀ ਆ, ਤਾਂ ਉਹ ਇਹਦੇ ਪੱਤਿਆਂ ਦੇ ਨੀਚੇ ਹੁੰਦੀ ਹੈ, ਸਪਰੇਅ ਉੱਪਰ ਹੀ ਹੋ ਜਾਂਦੀ ਹੈ ਤੇ ਕੋਈ ਵੀ ਸਪਰੇਅ ਇਹਨੂੰ ਪੂਰਨ ਤੌਰ ਤੇ ਕੰਟਰੋਲ ਨਹੀਂ ਕਰ ਪਾਉਂਦੀ। ਠੀਕ ਹੈ ਬਾਈ। ਪਰ ਜਿਹੜਾ ਖਤਰਾ ਬੀਟੀ ਨਾਲ ਟਾਲਿਆ ਸੀ, ਉਹੀ ਖਤਰਾ ਹੁਣ ਦੁਬਾਰੇ ਆਉਣ ਨੂੰ ਤਿਆਰ ਆ, ਸੁੰਡੀਆਂ। ਠੀਕ ਹੈ। ਸੁੰਡੀਆਂ ਹੀ ਮੇਨ ਆਪਣਾ ਤਾਂ ਟੀਂਡਾ ਲੱਗਣਾ, ਟੀਂਡੇ ਨੇ ਖਿੜਨਾ, ਟੀਂਡੇ ਦੇ ਖਿੜੇ ਹੋਏ ਦੇ ਵਿੱਚੋਂ ਹੀ ਆਪਾਂ ਨੇ ਨਰਮਾ ਬਾਹਰ ਕੱਢਣਾ, ਉਹ 'ਚੋਂ ਰੂੰ ਤੇ ਬੜੇਵੇਂ ਅਲੱਗ-ਅਲੱਗ ਹੋਣੇ ਆ। ਜਿਹੜੀ ਸੁੰਡੀ ਆ ਉਹ ਮੇਨ ਪੱਤੇ ਵੀ ਖਾਂਦੀ ਆ, ਟੀਂਡੇ ਵੀ ਖਾਂਦੀ ਆ, ਬੂਕੀ ਵੀ ਖਾ ਸਕਦੀ ਆ। ਉਹ ਖਤਰਾ ਬੀਟੀ ਨੇ ਟਾਲਤਾ ਸੀ। ਉਹ ਇਸ ਤਰ੍ਹਾਂ ਦਾ ਇੱਕ ਇਹਨਾਂ ਨੇ ਬੈਕਟੀਰੀਆ ਤੋਂ ਤਿਆਰ ਕੀਤਾ ਕਿ ਉਹ ਸੁੰਡੀ ਇਹਨੂੰ ਖਾ ਕੇ ਮਰਨ ਲੱਗ ਗਈ ਸੀਗੀ। ਪਰ ਹੁਣ ਸਮਾਂ ਇਸ ਤਰੀਕੇ ਦਾ ਕਿ ਉਸ ਚੀਜ਼ ਦੇ ਨਾਲ ਵੀ ਇਹਦੀ ਰਜਿਸਟੈਂਸੀ ਵੱਧ ਚੁੱਕੀ ਹੈ ਕਿ ਜਿਹੜੇ ਵੀ ਪਹਿਲਾਂ ਪ੍ਰਚਲਿਤ ਵੈਰਾਈਟੀਆਂ ਸੀਗੀਆਂ ਉਹਨਾਂ ਦੇ ਵਿੱਚ ਇਹ ਸਮੱਸਿਆ ਕੋਈ ਜ਼ਿਆਦਾ ਨਹੀਂ ਸੀਗੀ ਜੀ ਬਾਈ। ਪਰ ਜਿਹੜੀਆਂ ਹੁਣ 10 ਸਾਲ ਤੋਂ ਲਗਾਤਾਰ ਬੀਟੀ ਦੇ ਵਿੱਚ
ਉਹਨਾਂ ਜ਼ਿਆਦਾ ਬਦਲਾਅ ਨਹੀਂ ਹੋਇਆ, ਵੈਰਾਈਟੀਆਂ ਦੇ ਵਿੱਚ ਰੈਜ਼ਿਸਟੈਂਸੀ ਹੋ ਗਈ, ਜਾਂ ਮੌਸਮ ਦੇ ਨਾਲ ਵੀ ਤਾਲਮੇਲ ਜ਼ਿਆਦਾ ਨਹੀਂ ਰਿਹਾ, ਝੁਲਸ ਰੋਗ ਪੈ ਜਾਂਦੇ ਆ, ਜਾਂ ਕਿਸਾਨਾਂ ਦੇ ਵੀ ਕੁਝ ਇਸ ਤਰ੍ਹਾਂ ਦੇ ਰੁਝਾਨ ਆ ਜਿਨ੍ਹਾਂ ਨੂੰ ਉਹ ਛੱਡਣਾ ਨਹੀਂ ਚਾਹੁੰਦੇ। ਠੀਕ ਹੈ, ਦੇਖੋ ਜਿਵੇਂ ਕੋਈ ਆਪਣੀ ਕੋਈ ਪੁਰਾਣੇ ਸਮੇਂ ਦੇ ਵਿੱਚ ਖੁਰਾਕ ਸੀ, ਮੰਨ ਲਓ ਦੇਸੀ ਘਿਓ ਖੁਰਾਕ ਸੀ ਜੀ ਬਾਈ, ਪਰ ਉਹ ਬੰਦਿਆਂ ਦਾ ਨਾਲ ਹਾਰਡ ਵਰਕ ਸੀ, ਉਹ ਆਪਦੇ ਸਰੀਰ ਨੂੰ ਵੀ ਤੰਗ ਕਰਦੇ ਸੀ। ਮਤਲਬ ਉਹ ਕਹਿੰਦੇ ਸੀ ਮਾੜੇ ਬੰਦੇ ਨੂੰ ਘਿਓ ਨਹੀਂ ਪਚ ਸਕਦਾ। ਠੀਕ ਹੈ, ਅੱਜ ਕੱਲ੍ਹ ਆਪਾਂ ਲਗਭਗ 100 ਚੋਂ 90 ਮਾੜੇ ਹੀ ਆ। ਠੀਕ ਹੈ, ਮਤਲਬ ਸਰੀਰ ਆਪਣੇ ਮਾੜੇ, ਆਪਣੀ ਸਰੀਰ ਦੀ ਮਿਹਨਤ ਉਸ ਲੈਵਲ ਦੀ ਨਹੀਂ, ਤੇ ਆਪਾਂ ਹੁਣ ਉਹਨਾਂ ਵਧੀਆ ਘਿਓ ਵੀ ਨਹੀਂ ਮਿਲਦਾ, ਜੇ ਮਿਲ ਜੇ ਤਾਂ ਆਪਣੇ ਪਚਣਾ ਵੀ ਨਹੀਂ ਹੈਗਾ। ਉਹ ਦੋਨੇ ਗੱਲਾਂ ਦਾ ਸੁਮੇਲ ਇਹ ਆ ਵੀ ਕੁਝ ਜ਼ਮੀਨਾਂ ਵੀ ਕਮਜ਼ੋਰ ਹੋ ਗਈਆਂ, ਕੁਝ ਵੈਰਾਈਟੀਆਂ ਵੀ ਆਪਾਂ ਇਸ ਤਰ੍ਹਾਂ ਦੀਆਂ ਲਾ ਰੱਖੀਆਂ ਵੀ ਆਪਣਾ ਜ਼ਮੀਨਾਂ ਦੇ ਨਾਲ ਤਾਲਮੇਲ ਘਟਦਾ ਜਾ ਰਿਹਾ, ਝਾੜ ਘਟਦੇ ਜਾ ਰਹੇ ਆ। ਪਰ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਏਰੀਆ ਘਟਣ ਦਾ ਕਾਰਨ ਉਹ ਇਹ ਵੀ ਸੀਗਾ ਕਿ ਇਸ ਫਸਲ ਤੇ ਬਾਕੀ ਫਸਲਾਂ ਦੇ ਨਾਲੋਂ ਰਿਸਕ ਤੇ ਖਰਚਾ ਦੋਨੇ ਜ਼ਿਆਦੇ ਆ। ਤੇ ਉਹਦੇ ਮੁਤਾਲਕ ਫਾਰਮਰ ਪਿੱਛੇ ਹਟਣ ਲੱਗ ਜਾਂਦਾ। ਕਿਤੇ ਮਿਹਨਤ ਕਰਕੇ ਤਾਂ ਨਹੀਂ, ਵੀ ਤੇ ਮਿਹਨਤ ਵੀ ਵੱਧ ਹੈ, ਮਿਹਨਤ ਬਹੁਤ ਜ਼ਿਆਦਾ ਹੈ ਜੀ। ਉਹਦੇ ਕਰਕੇ ਤਾਂ ਨਹੀਂ ਭਜਦੇ ਆਪਣੇ ਲੋਕ। ਦੇਖੋ ਜਿਹੜਾ ਝੋਨੇ ਦੀ ਫਸਲ ਆ, ਜੇ ਆਪਾਂ ਇਹਨੂੰ ਝੋਨੇ ਦੇ ਨਾਲ ਕੰਪੇਅਰ ਕਰੀਏ, ਵੈਸੇ ਕਰ ਨਹੀਂ ਸਕਦੇ ਕਿਉਂਕਿ ਉਹਦਾ ਤਾਂ ਸਾਰਾ ਕ੍ਰੌਪ ਪ੍ਰੈਕਟਿਸ ਹੀ ਵੱਖਰੀ ਆ। ਬਿਲਕੁਲ। ਤੇ ਇਹ ਇਸ ਤਰ੍ਹਾਂ ਦਾ ਇੱਕ ਲਾ ਲਓ ਵੀ ਬੂਟਾ ਹੈ ਜਾਂ ਫਸਲ ਹੈ ਕਿ ਜਿਹੜੀ ਕਿਸੇ ਵੀ ਤਰ੍ਹਾਂ ਦੇ ਖੇਤ 'ਚ ਹੋ ਜਾਂਦੀ ਆ, ਜ਼ਿਆਦਾ ਚਿਕਨਾ ਨਾ ਹੋਵੇ ਤੇ ਕਿਸਾਨ ਦੀ ਮਿਹਨਤ ਘੱਟ ਨਾ ਹੋਵੇ ਉਹਦੇ ਵਿੱਚ, ਕਿਉਂਕਿ ਹਰ ਖੇਤਾਂ ਦੇ ਮੁਤਾਬਕ ਮਿਹਨਤ ਹੋਣੀ ਹੈ। ਮੈਂ ਆਪਦੇ ਆਪ ਨੂੰ ਕੰਪੇਅਰ ਕਰਾਂ ਕਿਸੇ 100 ਕਿਲੋਮੀਟਰ 50 ਕਿਲੋਮੀਟਰ ਵਾਲੇ ਫਾਰਮਰ ਨਾਲ, ਉਹਦਾ ਖੇਤੀ ਕਰਨ ਦਾ ਢੰਗ ਹੋਰ ਹੋਊ, ਮੇਰਾ ਹੋਰ ਹੋਊਗਾ ਜੀ ਬਾਈ। ਮੈਂ ਉਹ ਤੋਂ ਸਿੱਖ ਸਕਦਾ, ਉਹ ਮੈਥੋਂ ਸਿੱਖ ਸਕਦਾ, ਪਰ ਕੋਈ ਵੀ ਚੀਜ਼ ਜਦੋਂ ਆਪਣੇ ਖੇਤ 'ਚ ਜਮਾ ਲਈ ਉਦੋਂ ਪਰਿਪੱਕ ਹੁੰਦੀ ਆ, ਉਸ ਤੋਂ ਬਾਅਦ ਉਹਨੂੰ ਮੈਂ ਕੰਟੀਨਿਊ ਕਰ ਸਕਦਾ। ਥੋੜ੍ਹੇ ਏਰੀਆ 'ਚ ਸ਼ੁਰੂ ਕੀਤਾ ਕੰਮ, ਤੇ ਪਰ ਜਿਹੜੀ ਆਮਦਨ ਘਟਣ ਦੀ ਕਾਰਨ ਇਹੀ ਆ ਕਿ ਇਹਦੇ ਵਿੱਚ ਚੁਗਾਈ ਲੰਬੀ ਚੱਲਦੀ ਹੈ, ਮੌਸਮੀ ਮਾਰ ਜ਼ਿਆਦਾ ਪੈਂਦੀ ਆ, ਤੇ ਥੋੜਾ ਮੋਟਾ ਕੀ ਹੁਣ ਤਾਂ ਜ਼ਿਆਦਾ ਹੀ ਕਹਿ ਸਕਦੇ ਆ ਕਿ ਪੈਸਟੀਸਾਈਡ ਦਾ ਕੰਟਰੋਲ ਵੀ ਪ੍ਰਾਈਵੇਟ ਦੇ ਹੱਥ ਵਿੱਚ ਆ, ਤੇ ਉਹਦੇ ਵਿੱਚ ਕਿੰਨੀ ਚੀਜ਼ ਸਹੀ ਆਉਂਦੀ ਆ, ਨਕਲੀ ਆਉਂਦੀ ਹੈ, ਉਹਦੇ ਵਿੱਚ ਕਾਫੀ ਵੱਡੇ ਪਰਦੇ ਆ। ਪ੍ਰਗਟ ਇੱਕ ਗੱਲ ਹੋਰ ਆ ਬਾਈ ਜੀ, ਪਹਿਲਾਂ ਦੇਖਦੇ ਹੁੰਦੇ ਸੀਗੇ ਘਰਾਂ ਦੇ ਵਿੱਚ ਹੀ ਵੜੇਵੇਂ ਹੁੰਦੇ ਤੇ ਉਹਨਾਂ ਨੂੰ ਰਾਤ ਨੂੰ ਸਵਾਹ ਦੇ ਵਿੱਚ ਮਾਰ ਦਿੰਦੇ, ਉਹ ਬੀਜੇ ਜਾਂਦੇ। ਹੁਣ ਸਾਰੇ ਦਾ ਸਾਰਾ ਬੀ ਪੈਕਟਾਂ ਵਾਲਾ ਆਉਂਦਾ। ਹਾਂਜੀ, ਕੀ ਲੱਗਦਾ ਖੇਤੀ ਤੇ ਬੀਆਂ ਤੇ ਫਿਰ ਉਹਨਾਂ ਦਾ ਕਾਰਪੋਰੇਟ ਸੈਕਟਰ ਦਾ ਦਬਾਅ ਵੱਧ ਗਿਆ? ਬਿਲਕੁਲ ਵੱਧ ਗਿਆ ਜੀ। ਦੇਖੋ ਜਦੋਂ ਕੋਈ ਚੀਜ਼ ਦੀ ਨਵੀਂ ਸ਼ੁਰੂਆਤ ਹੁੰਦੀ ਹੈ ਨਾ ਜੀ, ਉਹ ਆਪਾਂ ਨੂੰ ਕੇਰਾਂ ਰੈਵੋਲੂਸ਼ਨ ਲੱਗ ਸਕਦਾ ਵੀ ਬਾਹਲਾ ਵੱਡਾ ਬਦਲਾਅ ਹੋ ਗਿਆ, ਆਪਾਂ ਬਚ ਜਾਾਂਗੇ, ਜਾਂ ਆਪਣਾ ਮਤਲਬ ਵੀ ਫਾਇਦਾ ਹੋ ਚੁੱਕਿਆ ਤੇ ਫਾਇਦਾ ਹੀ ਹੋਣਾ ਅੱਗੇ ਜਾ ਕੇ। ਜੀ ਬਾਈ, ਉਹਦੇ ਕੁਛ ਦਿਮਾਗ ਹੁੰਦੇ ਆ ਜਿਹੜੇ ਕਿ ਇਸ ਚੀਜ਼ ਨੂੰ ਕੰਟਰੋਲ ਕਰਦੇ ਆ, ਇਸ ਚੀਜ਼ ਦੇ ਵਿੱਚ ਇਨਵੈਸਟਮੈਂਟ ਕਰਦੇ ਆ, 3-4 ਸਾਲ ਉਹ ਘਾਟਾ ਖਾਂਦੇ ਆ, ਲੋਕਾਂ ਨੂੰ ਫਾਇਦਾ ਦਿੰਦੇ ਆ। ਜਿਸ ਤਰ੍ਹਾਂ ਕਿ ਬੀਮਾ ਕੰਪਨੀਆਂ ਪਹਿਲਾਂ ਆਉਂਦੀਆਂ, ਪੈਸੇ ਇਨਵੈਸਟ ਕਰਾ ਕੇ ਚਲੀਆਂ ਵੀ ਜਾਂਦੀਆਂ, ਪਰ ਜਿਹੜੇ ਸਰਕਾਰੀ ਹੁਣ ਸਰਕਾਰੀ ਅਦਾਰੇ ਵੀ ਇੱਕ ਤਰ੍ਹਾਂ ਦੇ ਗੁਲਾਮੀ ਵਾਲਾ ਕੰਮ ਹੀ ਕਰ ਰਹੇ ਆ। ਜੀ ਬਾਈ, ਕਿਉਂਕਿ ਸਰਕਾਰੀ ਮੇਰੇ ਆਪਣੇ ਕਾਫੀ ਮੇਰੇ ਸਰਕਲ ਦੇ ਕਾਫੀ 10-15 ਦੋਸਤ ਮੇਰੇ ਪੜ੍ਹੇ ਹੋਏ ਜਿਹੜੇ ਸਰਕਾਰੀ ਅਦਾਰਿਆਂ ਦੇ ਵਿੱਚ ਇਸ ਟਾਈਮ ਸਰਵਿਸ ਕਰ ਰਹੇ ਆ। ਜੀ ਬਾਈ, ਆਪਾਂ ਬਦਲਾਅ ਦੀ ਗੱਲ ਕਰਦੇ ਹਾਂ ਵੀ ਬਦਲਾਅ ਹੋਣਾ ਚਾਹੀਦਾ। ਸਰਕਾਰ ਦੇ ਜਿਹੜੇ ਅਦਾਰੇ ਆ ਉਹਨਾਂ ਨੂੰ ਨਿਰਪੱਖਤਾ, ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ, ਪਰ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋ ਵੀ ਉਹ ਕਹਿੰਦੇ ਵੀ ਐਡੇ ਵੱਡੇ ਲੈਵਲ ਤੇ ਕਰਪਸ਼ਨ ਹੈਗੀ ਆ ਕਿ ਤੁਹਾਨੂੰ ਆਪਣੀ ਮੱਤ ਰੱਖਣ ਦਾ ਤਾਂ ਉੱਥੇ ਸਮਾਂ ਹੀ ਨਹੀਂ ਦਿੱਤਾ ਜਾਂਦਾ। ਤੁਹਾਨੂੰ ਤੇ ਇਹ ਕਿਹਾ ਜਾਂਦਾ ਵੀ ਜੇ ਤੁਸੀਂ ਇਹ ਕੰਮ ਕਰੋਗੇ ਤਾਂ ਅੱਗੇ ਤੁਹਾਡੀ ਪ੍ਰੋਗਰੈਸ ਹੈਗੀ ਆ, ਤੁਸੀਂ ਅੱਗੇ ਵੱਧ ਸਕਦੇ ਹੋ, ਤੁਹਾਡੀ ਪ੍ਰਮੋਸ਼ਨ ਹੈਗੀ ਆ। ਪਰ ਜਿਹੜਾ ਕਰੰਟਲੀ ਜਿਹੜਾ ਸਿਸਟਮ ਚੱਲ ਰਿਹਾ ਇਹਦੇ ਵਿੱਚ ਸਰਕਾਰੀ ਅਦਾਰਿਆਂ ਦੇ ਵਿੱਚ ਵੀ ਕਮੀਆਂ, ਪ੍ਰਾਈਵੇਟ ਸੈਕਟਰ ਆ ਕੇ ਇੱਕ ਵਾਰ ਆਪਦੇ ਥੋੜ੍ਹਾ ਸਮਾਂ ਲੱਗਦਾ ਉਹਨੂੰ ਟਾਈਮ ਪੈਰ ਜਮਾਉਣ ਦੇ ਉੱਤੇ। ਇਸੇ ਤਰ੍ਹਾਂ ਹੀ ਨਰਮੇ ਦੇ ਵਿੱਚ ਕੀ ਹੋਇਆ ਕਿ ਸਰਕਾਰੀ ਯੂਨੀਵਰਸਿਟੀਆਂ ਦੇ ਕੋਲ ਬਜਟ ਨਹੀਂ ਸੀ, ਸਰਕਾਰਾਂ ਇਸ ਵੱਲ ਧਿਆਨ ਨਹੀਂ ਦਿੰਦੀਆਂ। ਸਰਕਾਰਾਂ ਕੋਲ ਤੇ ਕੀ ਹੈ ਵੀ 7 ਲੇਅਰਾਂ ਬਣੀਆਂ ਹੋਈਆਂ ਜ਼ਮੀਨ ਤੋਂ ਲੈ ਕੇ CM ਦੀ ਪੋਸਟ ਤੱਕ, ਵੀ ਉੱਥੋਂ ਤੱਕ ਆਵਾਜ਼ ਪਹੁੰਚਦੀ ਆ। ਕਿਹਨੇ ਪਹੁੰਚਾਉਣੀ ਆ? ਆਪਣੇ MLA ਨੇ, MCਆਂ ਨੇ, ਉਹਨਾਂ ਦੀਆਂ ਕਮੇਟੀਆਂ ਨੇ, ਉਹਨਾਂ ਦੇ ਅਦਾਰਿਆਂ ਨੇ। ਠੀਕ ਹੈ, ਉਹ ਇੱਥੋਂ ਗੱਲ ਚੱਲੀ 100% ਸ਼ੁਰੂ ਹੋ ਕੇ ਉੱਥੇ 5% ਰਹਿ ਜਾਂਦੀ ਹੈ ਜੀ। ਠੀਕ ਹੈ, ਉੱਥੇ ਕਈ ਵਾਰ ਇੱਦਾਂ ਹੁੰਦਾ ਸਿਸਟਮ ਆਪਣਾ ਕਰਪਟ ਹੈ ਵੀ ਜਿਹੜੇ ਸਿਸਟਮ ਨੂੰ ਫੋਲੋ ਕਰਾ ਕੇ ਜਾਂ ਇੰਪਲੀਮੈਂਟ ਕਰਾ ਕੇ ਜਾਂ ਜਿਹਦੇ ਬਾਰੇ ਜ਼ਿਆਦਾ ਡਿਸਕਸ਼ਨ ਕਰਕੇ ਸਰਕਾਰ ਦਾ ਜ਼ਿਆਦਾ ਫਾਇਦਾ ਹੁੰਦਾ ਜਾਂ ਸਰਕਾਰ ਦੇ ਬੰਦਿਆਂ ਦਾ ਜ਼ਿਆਦਾ ਫਾਇਦਾ ਹੁੰਦਾ ਜਾਂ ਸਰਕਾਰ ਵੀ ਇੱਕ ਬਿਜ਼ਨਸ ਦਾ ਹਿੱਸਾ ਪ੍ਰਾਈਵੇਟ ਸੈਕਟਰ ਦੇ, ਤਾਂ ਉੱਥੇ ਹੀ ਉਹਨਾਂ ਨੂੰ ਸਬਸਿਡੀ ਜਾਂ ਪ੍ਰੈਫਰੈਂਸ ਜਾਂ ਅਮਾਨਤਾ ਦੇਣੀ ਹੈ ਕਿਸੇ ਚੀਜ਼ ਨੂੰ। ਬਹੁਤੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਪੰਜਾਬ ਦੇ ਵਿੱਚੋਂ ਜਾਂ ਹੋਰ ਸਟੇਟਾਂ ਦੇ ਵਿੱਚੋਂ ਵੀ ਆਪਣਾ ਕੰਮ ਬੰਦ ਕਰਕੇ ਬਾਹਰ ਚਲੀਆਂ ਗਈਆਂ। ਕਾਰਨ ਕੀ ਹੈ? ਪ੍ਰੋਡਕਟ ਉਹਨਾਂ ਦੇ ਲਿਮਟਿਡ ਸੀਗੇ, ਬਹੁਤ ਜ਼ਿਆਦਾ ਚੰਗੇ ਸੀਗੇ, ਤੇ ਸਿਸਟਮ ਦੇ ਨਾਲ ਤਾਲਮੇਲ ਨਹੀਂ ਬੈਠਿਆ। ਮਤਲਬ ਕੋਈ ਵੀ ਚੀਜ਼ ਇੱਥੇ ਆਪਣੇ ਥੋੜ੍ਹਾ ਜਿਹਾ ਕਿਸਾਨਾਂ ਨੂੰ ਇਸ ਤਰੀਕੇ ਦੇ ਨਾਲ ਵੀ ਟਰੀਟ ਕੀਤਾ ਜਾਂਦਾ ਨਾ ਸਰਕਾਰਾਂ ਦੇ ਵੱਲੋਂ ਕਿ ਇੱਕ ਭਿਖਾਰੀ ਮੰਨਦੇ ਕਿਸਾਨ ਨੂੰ, ਵੀ ਇਹਨੇ ਤਾਂ ਫਸਲ ਦੇਣੀ ਹੈ, ਸਿੱਟ ਤਾਂ ਸਕਦਾ ਨਹੀਂ। ਠੀਕ ਹੈ, ਵੀ ਜਾਂ ਤਾਂ ਇਹ ਪ੍ਰਾਈਵੇਟ ਨੂੰ ਦੇਊ ਜਾਂ ਸਰਕਾਰੀ ਨੂੰ ਦੇਊ, ਤੇ ਜਾਂ ਕਿਸੇ ਨਾਲ ਸਿੱਧਾ ਸੌਦਾ ਕਰ ਲੂਗਾ।
ਬਿਲਕੁਲ ਜੇ ਥੋੜੀ ਫਸਲ ਆ ਤਾਂ ਪੈਕਟ ਬੰਦ ਕਰਕੇ। ਉਹ ਬਹੁਤ ਲਿਮਟਿਡ ਫਾਰਮਰ ਆ, ਉਹ ਜਿਗਰੇ ਵਾਲੇ ਬੰਦੇ ਦਾ ਕੰਮ ਆ ਤੇ ਉਹ ਥੋੜੇ ਉਹਦੇ ਲਈ ਕਿਸਾਨ ਦਾ ਥੋੜਾ ਜਿਹਾ ਐਜੂਕੇਸ਼ਨ ਵੀ ਹੋਣਾ ਜ਼ਰੂਰੀ ਹੈ। ਇਹ ਪਰਪੱਕ ਤਾਂ ਕੋਈ ਟੈਕਨੀਕਲ ਕੰਮ ਆ, ਪਰ ਸਰਕਾਰ ਨੇ ਇਹ ਕਹਿ ਰਿਹਾ, ਇਹ ਕਰ ਰੱਖਿਆ ਕਿ ਇਹਨੂੰ ਮਰਨ ਵੀ ਨਹੀਂ ਦੇਣਾ ਤੇ ਇਹਨੂੰ ਚੰਗੀ ਤਰ੍ਹਾਂ ਜਿਉਣ ਵੀ ਨਹੀਂ ਦੇਣਾ। ਠੀਕ ਹੈ, ਫਸਲ ਮੇਰੀ, ਰੇਟ ਸਰਕਾਰ ਦਾ, ਖਰੀਦ ਤੀਜਾ ਬੰਦਾ ਰਿਹਾ, ਫਾਇਦਾ ਦੋਨਾਂ ਦਾ ਹੋ ਰਿਹਾ, ਮੇਰਾ ਤਾਂ ਹੋ ਨਹੀਂ ਰਿਹਾ। ਜਿਹੜੀ ਨਰਮੇ ਦੀ ਫਸਲ ਦੇ ਮੁਤਲਕ ਜਿਹੜਾ ਰੇਟ ਆ ਜੀ, ਉਹ ਰੇਟ ਤਾਂ ਸਰਕਾਰ ਡਿਸਾਈਡ ਕਰ ਦਿੰਦੀ ਆ, ਪਰ ਕਈ ਵਾਰ ਤਾਂ ਸਰਕਾਰ ਦੀ ਖਰੀਦ ਲੇਟ ਹੁੰਦੀ ਆ, ਜਾਂ ਸਰਕਾਰੀ ਰੇਟ ਹੀ ਘੱਟ ਹੁੰਦਾ, ਜਾਂ ਸਰਕਾਰੀ ਰੇਟ ਜਿਹੜਾ ਵਧਿਆ ਹੈਗਾ ਪਿਛਲੇ ਸਾਲ ਦੇ ਮੁਕਾਬਲੇ ਉਹ 100-150 ਵਧਿਆ ਹੁੰਦਾ। ਤੇ ਸ਼ੁਰੂਆਤ ਦੇ ਵਿੱਚ ਗਿੱਲਾ ਨਰਮਾ ਕਹਿ ਕੇ ਲੈ ਲਓ, ਮਾੜੀ ਕੁਆਲਿਟੀ ਕਹਿ ਕੇ ਲੈ ਲਓ, ਕੁਛ ਵੀ ਕਹਿ ਕੇ ਉਹ ਵੀ ਕਿਸਾਨਾਂ ਦੀ ਰੈਗਿੰਗ ਹੁੰਦੀ ਆ, ਡਾਊਨ ਰੇਟ ਤੇ ਵਿਕਦਾ। ਤੇ ਜਾਂ ਜਦੋਂ ਪ੍ਰਾਈਵੇਟ ਸੈਕਟਰ ਦੇ ਵਿੱਚ ਉਬਾਲਾ ਆਉਂਦਾ, ਬਾਹਰੋਂ ਡਿਮਾਂਡ ਵੱਧਦੀ ਆ, ਸਰਕਾਰ ਉਹਦੇ ਲਈ ਕੋਈ ਰੂਟ ਬਣਾਉਂਦੀ ਆ ਪੇਮੈਂਟ ਦਾ, ਕਿਉਂਕਿ ਇੱਧਰਲੇ ਵਪਾਰੀ ਨੇ ਹੋਰ ਕੰਟਰੀ ਦੇ ਵਪਾਰੀ ਦੇ ਨਾਲ ਤਾਲਮੇਲ ਕਰਨਾ, ਵਪਾਰ ਕਰਨਾ ਜੀ ਬਾਈ। ਸਿਕਿਉਰਿਟੀ ਸਰਕਾਰ ਨੂੰ ਇਧਰੋਂ ਇਧਰਲੇ ਵਪਾਰੀ ਦੀ ਤੇ ਉਧਰੋਂ ਉਧਰਲੇ ਵਪਾਰੀ ਦੀ ਲੈਣੀ ਪੈਂਦੀ ਆ। ਜੇ ਤਾਂ ਸਰਕਾਰਾਂ ਦੀ ਆਪਸ ਚ ਬਣਦੀ ਆ ਤਾਂ ਇਹ ਮਸਲਾ 2 ਦਿਨਾਂ 4 ਦਿਨਾਂ ਚ ਹਫ਼ਤੇ ਚ ਹੱਲ ਹੋ ਜਾਂਦਾ ਜੀ ਬਾਈ, ਪਰ ਜੇ ਨਹੀਂ ਬਣਦੀ ਤਾਂ ਫਿਰ ਇਹ 6-6 ਮਹੀਨੇ ਲਟਕ ਜਾਂਦਾ। ਆਪਾਂ ਇਹ ਫਸਲ ਪਾਲੀ ਆ 15-20 ਹਜ਼ਾਰ ਰੁਪਇਆ ਕਰਕੇ ਕਿੱਲੇ ਤੇ ਖਰਚ ਕਰ ਦਿੰਨੇ ਆ, ਆਪਾਂ 6 ਮਹੀਨਿਆਂ ਦੀ ਫਸਲ ਆ ਤੇ ਵਪਾਰੀ ਨੇ ਹਜ਼ਾਰਾਂ ਕਿਸਾਨਾਂ ਦੀ ਫਸਲ ਇਕੱਠੀ ਕੀਤੀ ਹੈ, ਬਿਲਕੁਲ ਉਹਦਾ ਵੀ ਖਤਰਾ ਹਜ਼ਾਰਾਂ ਕਰੋੜਾਂ ਰੁਪਈਆਂ ਦਾ ਹੁੰਦਾ, ਉਹ ਲੈਂਦਾ ਨਹੀਂ ਹੈਗਾ। ਉਹਦਾ ਮਤਲਬ ਇੱਥੇ ਹੈ ਵੀ ਜੇ ਉਹਦਾ 1 ਕਰੋੜ ਰੁਪਈਆ ਬੈਨੀਫਿਟ ਹੋ ਰਿਹਾ ਤਾਂ ਉਹਦੇ ਚੋਂ ਕਦੇ MLA ਮੰਗਦਾ, ਕਦੇ MC ਮੰਗਦਾ, ਜਾਂ ਕੋਈ MP ਮੰਗਦਾ, ਜਾਂ ਕੋਈ ਮੰਤਰੀ ਮੰਡਲ, ਇਹਨਾਂ ਸਾਰਿਆਂ ਦੀ ਯੂਨੀਅਨ ਤਾਂ ਵੀ ਫੰਡ ਇਕੱਠਾ ਹੋ ਕੇ ਸਰਕਾਰ ਨੂੰ ਇੱਕ ਸਪੋਰਟ ਪ੍ਰਾਈਜ਼ ਜਾਂਦਾ। ਇਹ ਹਿਡਨ ਗੱਲ ਆ, ਇਹ ਪ੍ਰੂਫਡ ਗੱਲ ਨਹੀਂ ਹੈਗੀ। ਪਰ ਜਿਹੜੇ ਨਰਮੇ ਦੇ ਰੇਟ ਦੀ ਗੱਲ ਆ ਬਾਈ ਜੀ, ਇਹ ਰੇਟ ਇੰਟਰਨੈਸ਼ਨਲ ਮਾਰਕੀਟ ਨਾਲ ਜੁੜੇ ਹੁੰਦੇ ਆ। ਜਿੱਦਾਂ ਹੀ ਇਹਨਾਂ ਦਾ ਰੂਟ ਤੈਅ ਹੁੰਦਾ, ਕੋਈ ਵੀ ਵਪਾਰੀ ਆ ਉਹ ਆਪਣੀ ਫਸਲ ਮਜਬੂਰੀ ਨਾਲ ਤਾਂ ਖਰੀਦ ਨਹੀਂ ਰਿਹਾ, ਉਹ ਆਪਦੇ ਇੰਟਰਸਟ ਨਾਲ ਖਰੀਦ ਰਿਹਾ। ਆਪਾਂ ਫਸਲ ਮਜਬੂਰੀ ਨਾਲ ਲਾਈ ਹੋ ਸਕਦੀ ਹੈ। ਕੰਪਨੀਆਂ ਲਈ ਵੀ ਚੈਲੰਜ ਆ, ਯੂਨੀਵਰਸਿਟੀਆਂ ਲਈ ਵੀ ਚੈਲੰਜ ਆ, ਫਾਰਮਰ ਕਿਸਾਨਾਂ ਲਈ ਵੀ ਚੈਲੰਜ ਆ, ਅਦਾਰਿਆਂ ਲਈ ਵੀ ਚੈਲੰਜ ਆ ਕਿ ਇੱਕ ਸਮੱਸਿਆ ਆਪਾਂ ਠੀਕ ਕਰ ਰਹੇ ਹਾਂ, 3 ਖੜੀਆਂ ਹੋ ਰਹੀਆਂ, ਕਿਉਂਕਿ ਮੌਸਮ ਕਲਾਈਮੇਟ ਚੇਂਜ ਹੋ ਰਿਹਾ, ਸੋਇਲ ਸਟਰਕਚਰ ਡਾਊਨ ਹੋ ਰਿਹਾ, ਪਾਣੀ ਦੀ ਕਮੀ ਹੋ ਰਹੀ ਆ, ਪਾਣੀ ਵੀ ਚੇਂਜ ਹੋ ਰਿਹਾ। ਆਪਣੇ ਪੰਜਾਬ ਦੇ ਵਿੱਚ ਤਾਂ ਨਹਿਰਾਂ ਬਣੀਆਂ, ਖਾਲੇ ਬਣੇ ਆ, ਬਹੁਤੀਆਂ ਸਟੇਟਾਂ 'ਚ ਤਾਂ ਨਹਿਰਾਂ ਖਾਲੇ ਹੀ ਹੈ ਨਹੀਂ, ਉੱਥੇ ਤਾਂ ਖੇਤੀ ਸੋਚੀ ਨਹੀਂ ਜਾ ਸਕਦੀ। ਖੇਤੀ ਤੇ ਹੋ ਰਹੀ ਹੈ ਨਾ ਉੱਥੇ ਵੀ, ਪਰ ਖੇਤੀ ਜਿਹੜੀ ਪੰਜਾਬ ਦੇ ਵਿੱਚ ਹੋ ਰਹੀ ਹੈ ਇਹ ਬਹੁਤ ਸੌਖੇ ਢੰਗ ਨਾਲ ਹੋ ਰਹੀ ਸੀ। ਇੱਥੇ ਜਦੋਂ ਇਹ ਸਿਸਟਮ ਇੱਕ ਵਾਰੀ ਬੰਦ ਹੋਊਗਾ, ਬੂਸਟ ਹੋ ਕੇ ਚੱਲੂਗਾ, ਰੀਸਟਾਰਟ ਹੋਊਗਾ, ਬਹੁਤ ਔਖੇ ਹੋਣਗੇ ਲੋਕ, ਆਮਦਨ ਬਹੁਤ ਜ਼ਿਆਦਾ ਘਟ ਜਾਣੀ ਹੈ ਜੀ। ਇੱਕ ਇਹਦੇ 'ਚ ਨਾ ਬੀਜਾਂ ਦੀ ਗੱਲ ਕਰਦੇ ਸੀਗੇ, PAU ਨੇ BT ਕਾਟਨ ਦੇ ਨਵੇਂ ਬੀਜ ਤਿਆਰ ਕਰ ਰਹੀ ਹੈ। ਹਾਂਜੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੀ। ਉਹ ਬੀ ਇਹੋ ਜਿਹੇ ਹੋਣਗੇ ਵੀ ਆਪਾਂ ਉਹਨਾਂ ਦਾ ਬੀ ਰੱਖ ਸਕਦੇ ਹਾਂ। ਹਾਂਜੀ, ਆਉਂਦੇ ਸਾਲਾਂ 'ਚ ਸ਼ਾਇਦ ਹਾਂ, ਜਿਵੇਂ ਪਹਿਲਾਂ ਦੇਸੀ ਬੀਜ ਸੀਗੇ ਆਪਾਂ ਆਪਦੇ ਚੁੱਕ ਕੇ ਆਪ ਹੀ ਰੱਖ ਲੈਂਦੇ ਸੀ। ਇੱਕ ਨਾ ਇਹ ਤੁਹਾਡੇ ਵਾਲੀ ਗੱਲ 'ਚੋਂ ਗੱਲ ਆਉਂਦੀ ਆ, ਲਾਡੋਵਾਲ ਟੋਲ ਪਲਾਜ਼ੇ ਦੇ ਨੇੜੇ 1 ਕਿਲੋਮੀਟਰ ਤੇ ਇੱਕ ਸਤਲੁਜ ਦਰਿਆ ਦੇ ਕੰਢੇ ਤੇ ਸਾਡਾ ਰੋੜੀ ਆ, ਜਿੱਥੇ ਉੱਥੇ ਨਾਲ ਇੱਕ ਮੱਕੀ ਦੀ ਬਣੀ ਹੋਈ ਆ, ਮੱਕੀ ਪ੍ਰੋਸੈਸ ਕਰਦੇ ਆ ਉਹ। ਸਮਝੀ। ਕੰਟਰੈਕਟ ਫਾਰਮਿੰਗ ਦੀ ਗੱਲ ਆ, ਜਿਹੜੇ ਕਾਨੂੰਨ ਚੱਲੀ ਜਾਂਦੇ ਉਸ 'ਚ ਆਉਂਦੀ ਆ ਜੀ। ਉਹ ਆਪ ਮੱਕੀ ਬਜਵਾਉਂਦੇ ਆ ਜੀ, ਮੱਕੀ ਤੁਸੀਂ ਬੀਜੋ ਤੇ ਉਹ ਦੱਸਦੇ ਆ ਵੀ ਭਾਈ ਇੰਨੇ ਦਿਨਾਂ ਤੋਂ ਤੁਸੀਂ ਛੱਲੀ ਤੋੜਨੀ ਆ। ਹਾਂ, ਉਹਦੀ ਛੱਲੀ ਬਾਹਰ ਨਿੱਕਾ ਜਿਹਾ ਗੋਲ ਜਿਹਾ ਹੁੰਦਾ, ਠੀਕ ਹੈ। ਉਹ ਉਵੇਂ ਜਿਵੇਂ ਛੱਲੀ ਤੋੜ ਕੇ ਉਹਨੇ ਦਿਨਾਂ ਤੋਂ ਕੈਰੇਡਾਂ 'ਚ ਪਾ ਕੇ ਉੱਥੇ ਲੈ ਕੇ ਜਾਓ, ਉਹਦਾ ਪ੍ਰੋਸੈਸਿੰਗ ਕਰਦੇ ਆ, ਤੁਹਾਨੂੰ ਉਸ ਹਿਸਾਬ ਨਾਲ ਪੈਸੇ ਦਿੰਦੇ। ਜੇ ਇੱਕ ਦਿਨ ਵੀ ਤੁਹਾਡੀ ਮੱਕੀ ਲੇਟ ਹੁੰਦੀ ਆ ਜਾਂ ਪਹਿਲਾਂ ਤੋੜ ਲੈਂਦੇ ਹੋ ਤਾਂ ਉਹ ਤੁਹਾਡੀ ਫਸਲ ਖਰਾਬ ਹੋ ਜਾਂਦੀ ਹੈ ਮਤਲਬ। ਤੇ ਉਹਦੀ ਵੱਡੀ ਗੱਲ ਇਹ ਹੈ, ਨਰਮੇ ਵਾਲੀ ਗੱਲ 'ਚੋਂ ਤਾਂ ਲੈ ਕੇ ਆਇਆ ਮੈਂ, ਉਹਦਾ ਬੀਜ ਨਹੀਂ ਤੁਸੀਂ ਤਿਆਰ ਕਰ ਸਕਦੇ। ਸਹੀ ਹੈ, ਉਹਦਾ ਬੀਜ ਸਿਰਫ ਉਹੀ ਦੇਣਗੇ, ਕਿਉਂਕਿ ਜੇ ਉਹਦੇ ਤੁਸੀਂ ਉਹਨੂੰ ਪਕਾ ਕੇ ਉਹਦਾ ਬੀਜ ਨਹੀਂ ਸਕਦੇ, ਜੇ ਬੀਜੋਗੇ ਤਾਂ ਉਹ ਬੀਜ ਉਗਦਾ ਨਹੀਂ ਉਹਦਾ। ਸਹੀ ਹੈ, ਉਹੀ ਗੱਲ ਨਰਮੇ ਦੀ ਸੀਗੀ। ਤੇ ਨਰਮੇ 'ਚ ਉਹ ਜਿਹੜਾ ਹੁਣ PAU ਤਿਆਰ ਕਰਦੀ ਉਹ ਫਾਇਦਾ ਹੋਊਗਾ। ਹਾਂਜੀ। ਅੱਛਾ, ਅਗਲੀ ਗੱਲ ਪ੍ਰਗਟ ਇਹ ਆਉਂਦੀ ਆ, ਝੋਨਾ ਜਿਹੜਾ ਉਹ ਕੱਦੂ ਕਰ ਦਿੰਦਾ ਤੇ ਜਾਮ ਕਰ ਦਿੰਦਾ ਜਮਾ ਪੈਲੀ ਨੂੰ, ਪਾਣੀ ਥੱਲੇ ਨਹੀਂ ਜੀਰਦਾ। ਬਿਲਕੁਲ। ਨਰਮੇ ਦਾ ਕੀ ਪ੍ਰੋਸੈਸ ਹੈ? ਨਰਮਾ ਕੁਦਰਤ ਪੱਖੀ ਖੇਤੀ ਜ਼ਿਆਦਾ ਕਹਿ ਸਕਦੇ ਆਪਾਂ, ਕਿਉਂਕਿ ਇਹ ਥੱਲੇ ਪਾਣੀ ਜੀਰਦਾ, ਜਦੋਂ ਮੀਂਹ ਪੈਂਦਾ ਖੁੱਡਾਂ ਵਿੱਚ ਘਰੋਲੇ ਬਣ ਜਾਂਦੇ ਆ ਤੇ ਪਾਣੀ ਸਾਡਾ ਥੱਲੇ ਤੋਂ ਰਹਿ ਜਾਂਦਾ। ਜੀ ਬਿਲਕੁਲ ਜੀ, ਇਹ ਚੀਜ਼ ਨੂੰ ਆਪਾਂ ਕਹਿ ਸਕਦੇ ਹਾਂ ਕਿ ਜ਼ਮੀਨ ਦਾ ਇਹ ਸਾਥੀ ਫਸਲ ਕਹਿ ਸਕਦੇ ਹਾਂ ਆਪਾਂ। ਜੀ ਬਾਈ। ਜ਼ਮੀਨ ਦੇ ਨਾਲ ਕੋਈ ਵੀ ਫਸਲ ਆ ਚੱਲਦੀ ਤਾਂ ਜ਼ਮੀਨ ਦੇ ਨਾਲ ਮਿਲ ਕੇ ਹੈ, ਤਾਲਮੇਲ ਦੇ ਨਾਲ ਹੀ ਉਹਦੀ ਗਰੋਥ ਹੁੰਦੀ ਹੈ, ਝਾੜ ਆਉਂਦਾ। ਪਰ ਇੱਕ ਰੋਂਗ ਕ੍ਰੌਪ ਪ੍ਰੈਕਟਿਸ ਇਹ ਚੱਲ ਰਹੀ ਆ ਕਿ ਇਹਦੇ ਵਿੱਚ ਨਦੀਨਾਂ ਨੂੰ ਆਪਾਂ ਦੁਸ਼ਮਣ ਸਮਝਦੇ ਹਾਂ। ਨਦੀਨ ਦੁਸ਼ਮਣ ਨਹੀਂ ਹੁੰਦੇ ਜੀ। ਤੁਸੀਂ ਬੰਜਰ ਧਰਤੀ ਦੇ ਵਿੱਚ ਤਾਂ ਕੋਈ ਨਦੀਨ ਹੋ ਨਹੀਂ ਸਕਦਾ, ਜਿੱਥੇ ਤਾਕਤ ਆ ਉੱਥੇ ਹੀ ਨਦੀਨ ਹੋਊਗਾ। ਤੇ ਆਪਾਂ ਇੱਕ ਬੂਟਾ ਰੱਖਣਾ ਤੇ 4 ਬੂਟੇ ਨਦੀਨਾਂ ਦੇ ਮਾਰ ਦੇਣੇ ਆ, ਮਤਲਬ ਨਰਮਾ ਆਪਣਾ ਦੁਸ਼ਮਣ ਆ ਤੇ ਨਰਮਾ ਆਪਣਾ ਮਿੱਤਰ ਆ ਤੇ ਨਦੀਨ ਆਪਣਾ ਦੁਸ਼ਮਣ ਆ, ਤੇ ਦੋਨੇ ਧਰਤੀ ਦੇ ਪੁੱਤ ਆ। ਧਰਤੀ, ਠੀਕ ਹੈ, ਮਤਲਬ ਧਰਤੀ ਵੀ ਆਪਣੀ, ਉਹਦੀ ਮਾਂ ਵੀ ਆਪਣੀ ਦੁਸ਼ਮਣ ਹੋ ਗਈ ਨਾ, ਆਪਣੀ ਦੁਸ਼ਮਣ ਦੀ ਮਾਂ ਵੀ ਆਪਣੀ ਦੁਸ਼ਮਣ ਹੋ ਗਈ। ਇਹ ਸਿਸਟਮ ਆ ਜਿਹੜਾ, ਇਹਨੂੰ ਸਮਝਣਾ ਪਊਗਾ ਆਪਾਂ ਨੂੰ ਕਿ ਨਦੀਨ ਕਸਗੇ ਨਾਲ ਵੀ ਹੁੰਦਾ ਕੰਟਰੋਲ। ਆਪਾਂ ਤਾਂ ਕੰਟਰੋਲ ਕਰਨਾ, ਮਾਰਨ ਦੀਆਂ ਗੱਲਾਂ ਨਹੀਂ ਕਰ ਸਕਦੇ ਆਪਾਂ। ਇਹਦੇ ਮੱਛਰ ਆ, ਹੁਣ ਮੱਛਰ ਨੂੰ ਮੈਂ ਘਟਾ ਸਕਦਾ, ਮਾਰ ਤੇ ਨਹੀਂ ਸਕਦਾ।
ਜੇ ਮੰਨ ਲਓ 100 ਮੱਛਰ ਆ, ਮੈਂ 100 ਚੋਂ 10 ਮਾਰ ਦੂੰ, 20 ਮਾਰ ਦੂੰ, ਕੰਟਰੋਲ ਕਰ ਦੂੰਗਾ। ਪਰ ਆਪਾਂ ਜ਼ੀਰੋ ਤਾਂ ਨਹੀਂ ਇਹਨੂੰ ਐ ਕਹਿ ਸਕਦੇ ਵੀ 100 ਚੋਂ 100 ਹੀ ਮਾਰ ਦੂੰਗਾ। ਇਹ ਜਿਹੜਾ ਸਿਸਟਮ ਆ ਕਿ ਨਰਮੇ ਦੀ ਫਸਲ ਦੇ ਵਿੱਚੋਂ ਨਰਮਾ ਵੀ ਬਾਹਰ ਆ ਗਿਆ, ਛਟੀਆਂ ਵੀ ਬਾਹਰ ਆ ਗਈਆਂ, ਉਦੋਂ ਕਣਕ ਲਾਈ, ਕਣਕ ਚੋਂ ਕਣਕ ਵੀ ਬਾਹਰ ਆ ਗਈ, ਤੂੜੀ ਵੀ ਬਾਹਰ ਆ ਗਈ, ਜਾਂ ਮੰਨ ਲਓ ਇਹਦੇ ਉਦੋਂ ਗਵਾਰਾ ਲੱਗਿਆ, ਗਵਾਰਾ ਵੀ ਬਾਹਰ ਆ ਗਿਆ, ਉਹਦਾ ਨੀਰਾ ਵੀ ਬਾਹਰ ਆ ਗਿਆ, ਸਰੋਂ ਲਾਈ, ਸਰੋਂ ਵੀ ਬਾਹਰ ਆ ਗਈ, ਤੇ ਉਹਦਾ ਕੂਟਲ ਵੀ ਬਾਹਰ ਆ ਗਿਆ। ਤਾਂ ਜ਼ਮੀਨ ਦੇ ਵਿੱਚੋਂ ਤਾਂ ਕੁਛ ਨਿਕਲ ਕੇ ਗਿਆ ਨਾ, ਪਿਆ ਤਾਂ ਹੈ ਨਹੀਂ ਨਾ। ਪਿਆ ਕੀ ਆ? ਖਾਦਾਂ, ਰੇਹਾਂ, ਸਪਰੇਹਾਂ ਪਈਆਂ। ਮਤਲਬ ਜ਼ਮੀਨ ਦੀ ਤਾਕਤ ਤੇ ਫਿਰ ਘਟੂਗੀ ਨਾ। ਇਹ ਮੰਨਾਂਗੇ ਆਪਾਂ ਰੋਟੀ ਨਾ ਖਾਈਏ, ਆਪਾਂ ਕੰਮ ਕਰੀਏ ਜਾਂ ਗੱਲਾਂ ਕਰੀਏ ਜਾਂ ਕੁਝ ਵੀ ਕਰੀਏ, ਆਪਦੇ ਸਰੀਰ ਦੀ એનર્ਜੀ ਤਾਂ ਫਿਰ ਆਪਣੀ ਘਟੂਗੀ ਨਾ। ਉਹੀ ਜਿਹੜਾ ਸੋਇਲ ਸਟਰਕਚਰ ਆ ਉਹਦੇ ਵਿੱਚ ਆਪਾਂ ਕੰਮ ਨਹੀਂ ਕਰ ਰਹੇ ਹੈਗੇ। ਠੀਕ ਆ, ਜਿਹੜੇ ਆਪਾਂ ਕਹਿੰਦੇ ਆ ਵੀ ਕਿਸੇ ਗੁਆਂਢੀ ਨੇ ਸਮਾਨ ਪਾਇਆ, ਉਹਦਾ ਰਿਜ਼ਲਟ ਆ ਗਿਆ, ਆਪਣੇ ਚ ਆਇਆ ਨਹੀਂ ਹੈਗਾ। ਕਾਰਨ ਇੱਕੋ ਹੀ ਹੈ ਕਿ ਉਹਦੇ ਬਾਣ ਦਾ ਮਿਹਦਾ ਸਹੀ ਆ, ਆਪਣਾ ਖਰਾਬ ਆ। ਠੀਕ ਹੈ, ਡਾਕਟਰ ਇੱਕ ਬਲੱਡ ਦੇ ਮਰੀਜ਼ ਨੂੰ ਸਾਰਿਆਂ ਨੂੰ ਜੇ 10 ਮਰੀਜ਼ ਆ, 10 ਨੂੰ ਇੱਕ ਦਵਾਈ ਤਾਂ ਲੱਗ ਨਹੀਂ ਸਕਦੀ। ਸ਼ੂਗਰ ਆ, ਸ਼ੂਗਰ ਦੇ 10 ਮਰੀਜ਼ਾਂ ਨੂੰ ਵੀ ਇੱਕ ਦਵਾਈ ਨਹੀਂ ਲੱਗ ਸਕਦੀ, ਵੱਖੋ ਵੱਖਰੇ ਤਰੀਕਿਆਂ ਨਾਲ ਦਵਾਈ ਲੱਗਦੀ ਹੈ। ਪਰ ਬੰਦੇ ਦੇ ਬਹੁਤ ਜ਼ਿਆਦਾ ਟੈਸਟ ਹੋ ਸਕਦੇ ਆ, ਬੰਦਾ ਆਪ ਵੀ ਬੋਲ ਸਕਦਾ। ਇਹਨੇ ਬੋਲਣਾ ਨਹੀਂ, ਇਹਨੇ ਤਾਂ ਇੰਡੀਕੇਸ਼ਨ ਕਰਨਾ, ਪੜ੍ਹਨਾ ਪੈਣਾ, ਆਪਾਂ ਨੂੰ ਸਮਝਣਾ ਪੈਣਾ। ਇਹਨੇ ਤਾਂ ਜਿਵੇਂ ਕਹਿੰਦੇ ਪੁਰਾਣੇ ਸਮੇਂ ਦੇ ਵਿੱਚ ਜਾਨਵਰ ਤੇ ਦਰਖਤ ਭਾਖਿਆ ਦਿੰਦੇ ਸੀ, ਭਾਖਿਆ ਨਹੀਂ ਦਿੰਦੇ ਸੀ, ਉੱਥੇ ਲੋਕਾਂ ਦੀ ਪੜ੍ਹਨ ਦੀ ਸਾਇੰਸ ਜ਼ਿਆਦੇ ਸੀ। ਹੁਣ ਸਾਇੰਸ ਆ, ਪਹਿਲਾਂ ਸਾਇੰਸ ਸੀ। ਸਾਇੰਸ ਦਾ ਮਤਲਬ ਵੀ ਆਪਣੀ ਨਾ ਟੱਚੇਬਿਲਟੀ, ਪਿਆਰ ਜ਼ਿਆਦੇ ਸੀ, ਟੱਚੇਬਿਲਟੀ ਜ਼ਿਆਦੇ ਸੀ। ਲੋਕ ਉਦੋਂ ਖੇਤੀ ਵੀ ਹੋਰ ਤਰੀਕੇ ਦੀ ਹੁੰਦੀ ਸੀ। ਆਸਾਂ ਦੀ ਢੇਰੀ ਜਿਹੜੀ ਆਪਾਂ ਹੁਣ ਲਿਖੀ ਹੋਈ ਹੈ, ਪਹਿਲਾਂ ਆਸਾਂ ਦੀ ਢੇਰੀ ਜ਼ਿਆਦੇ ਸੀ, ਕਿਉਂਕਿ ਪਹਿਲਾਂ ਵੀ ਆਪਣੀਆਂ ਲੋੜਾਂ ਦਾ ਬੁਨਿਆਦੀ ਹੁਣ ਵੀ ਉਹੀ ਆ, ਪਹਿਲਾਂ ਵੀ ਉਹੀ ਆ। ਹੁਣ ਥੋੜ੍ਹੀਆਂ ਜਿਹੀਆਂ ਵੱਡੀਆਂ ਹੋ ਗਈਆਂ। ਪਹਿਲਾਂ ਉਹਨਾਂ ਲੋੜਾਂ ਦਾ ਜਿਹੜਾ ਸੀਮਾ ਸੀਗੀ ਉਹ ਸੀਮਤ ਸੀਗੀ, ਹੁਣ ਇਹ ਲੋੜਾਂ ਵੱਧ ਗਈਆਂ, ਜਿਹਦੇ ਕਰਕੇ ਨਰਮੇ ਦੀ ਜਿਹੜੀ ਖੇਤੀ ਆ ਇਸ ਦੇ ਵਿੱਚ ਇਨਵੈਸਟਮੈਂਟ ਵੱਧ ਰਹੀ ਆ, ਜ਼ਮੀਨ ਦੀ ਸ਼ਕਤੀ ਘਟ ਰਹੀ ਆ, ਤੇ ਜਿਹੜੀ ਸੋਇਲ ਸਟਰਕਚਰ ਤੇ ਇਸ ਤੇ ਆਪਾਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਫਸਲ ਭਾਵੇਂ ਨਰਮਾ ਲਾਈਏ, ਭਾਵੇਂ ਇਹਨੂੰ ਬਦਲ ਕੇ ਗਾਹਾਂ ਕੋਈ ਹੋਰ ਫਸਲ ਸ਼ੁਰੂ ਕਰ ਲਈਏ। ਜਿਵੇਂ ਤੁਸੀਂ ਮੱਕੀ ਦੀ ਗੱਲ ਕੀਤੀ ਹੈ, ਹਰ ਇੱਕ ਫਸਲ ਆ ਜਿਹੜੀ ਹੋਣੀ ਤਾਂ ਕੁਦਰਤ ਦੀ ਕੁੱਖ ਥੱਲੇ ਹੀ ਹੈ। ਹਾਂ, ਦੇਖੋ ਹਰ ਇੱਕ ਜਿਹੜੀ ਕੁਦਰਤ ਆ ਨਾ, ਦੇਖੋ ਕੁਦਰਤ ਜੰਗਲੀ ਖੇਤੀ ਨੂੰ ਮੰਨ ਕੇ ਚੱਲਦੀ ਆ। ਆਪਾਂ ਮੋਨੋਕ੍ਰੋਪਿੰਗ ਕਰ ਰਹੇ ਹਾਂ। ਇੱਥੇ ਨਰਮਾ ਲੱਗਿਆ ਹੋ ਤਾਂ ਸਿਰਫ ਨਰਮਾ ਲੱਗਿਆ ਹੋਇਆ, ਜਿੱਥੇ ਝੋਨਾ ਲੱਗਿਆ ਤਾਂ ਸਿਰਫ ਝੋਨਾ ਲੱਗਿਆ ਹੋਇਆ, ਜਿੱਥੇ ਗੰਨਾ ਤਾਂ ਸਿਰਫ ਗੰਨਾ ਲੱਗਿਆ ਹੋਇਆ। ਜਿਹੜੀ ਕੁਦਰਤ ਆ ਉਹ ਸਾਰਾ ਮਿਕਸਚਰ ਨੂਨ ਮਿਸ਼ਰੀ ਮਿਲਾ ਕੇ ਚੱਲਦੀ ਆ, ਉਹਨੇ ਬੈਲੈਂਸ ਬਣਾ ਕੇ ਰੱਖਣਾ। ਤੁਸੀਂ ਦੇਖੋ ਕੁਦਰਤ ਕਿਸੇ ਦਾ ਚਾਹ ਕੇ ਫਾਇਦਾ ਨਹੀਂ ਕਰ ਸਕਦੀ, ਕੁਦਰਤ ਕਿਸੇ ਚਾਹ ਕੇ ਨੁਕਸਾਨ ਨਹੀਂ ਕਰ ਸਕਦੀ। ਉਹ ਤੁਹਾਡੇ ਨਜ਼ਰ ਦੇ ਮੁਤਾਬਕ ਹੋ ਸਕਦਾ ਵੀ ਇਹ ਫਾਇਦਾ ਹੈ, ਆਹ ਨੁਕਸਾਨ, ਆਪਣੇ ਮੁਤਾਬਕ ਉਹਦੇ ਹਿਸਾਬ ਨਾਲ ਕੁਝ ਨਹੀਂ, ਉਹ ਆਪਦਾ ਕੰਮ ਕਰ ਰਹੀ ਹੈ। ਹੜ੍ਹ ਆ ਜਾਂਦੇ ਆ, ਬੰਦੇ ਮਰ ਜਾਂਦੇ ਆ, ਕੁਦਰਤ ਬੰਦੇ ਮਾਰਨ ਵਾਲੀ ਚੀਜ਼ ਹੈ। ਠੀਕ ਹੈ, ਆਪਣੇ ਧਰਤੀ ਦੇ ਵਿੱਚ ਆਪਣੇ ਤੋਂ ਆਉਣ ਤੋਂ 500 ਸਾਲ, 1000 ਸਾਲ, 5000 ਸਾਲ ਪਹਿਲਾਂ ਦਾ ਪਾਣੀ ਪਾਇਆ ਹੋਇਆ ਆਪਾਂ ਨੂੰ ਜਿਉਣ ਦੇ ਰੱਖਣ ਵਾਸਤੇ, ਆਪਣਾ ਸਾਥੀ ਵੀ ਬਣ ਰਹੀ ਹੈ। ਪਰ ਉਹੀ ਚੀਜ਼ ਆਪਣੀ ਦੁਸ਼ਮਣ ਬਣ ਸਕਦੀ। ਅਸਲ ਦੇ ਵਿੱਚ ਦੁਸ਼ਮਣ ਮਿੱਤਰ ਦੀ ਪਰਿਭਾਸ਼ਾ ਆਪਾਂ ਬਣਾਈ ਹੈ। ਕੁਦਰਤ ਆਪਣਾ ਕੰਮ ਪਹਿਲਾਂ ਤੋਂ ਵੀ ਕਰ ਰਹੀ ਹੈ, ਹੁਣ ਵੀ ਕਰ ਰਹੀ ਹੈ, ਅੱਗੇ ਵੀ ਕਰਦੀ ਰਹਿਣਾ। ਆਪਣੀਆਂ ਗਲਤੀਆਂ ਤੇ ਪਰਦੇ ਵੀ ਕੁਦਰਤ ਪਾ ਰਹੀ ਹੈ। ਠੀਕ ਹੈ, ਜੇ ਆਪਾਂ ਕਹਿੰਦੇ ਆ ਵੀ ਆ ਹੁਣ ਐਕਚੁਅਲੀ ਕਰੋਨਾ ਆ ਗਿਆ ਜਾਂ ਪ੍ਰਦੂਸ਼ਣ ਵੱਧ ਗਿਆ ਜਾਂ ਹੋਰ ਸਿਸਟਮ, ਆਬਾਦੀ ਵੱਧ ਗਈ ਜੀ, ਆਬਾਦੀ ਕੁਦਰਤ ਨੇ ਤਾਂ ਨਹੀਂ ਵਧਾਈ ਹੈਗੀ, ਆਪਾਂ ਹੀ ਵਧਾਈ ਹੈਗੀ ਹੈ। ਆਪਣੀਆਂ ਸਰਕਾਰਾਂ ਦਾ ਸਿਸਟਮ ਇਦਾਂ ਵੀ, ਵੈਸੇ ਤਾਂ ਸਰਕਾਰ ਕਿਸਾਨਾਂ ਦੀ ਫਸਲ ਵਾਲੀ ਸਰਕਾਰ ਇਹ ਕਹਿੰਦੀ ਹੈ ਵੀ ਇਹ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਦੇਣੀ ਆ, ਅਸੀਂ ਬਿਜ਼ਨਸ ਨਹੀਂ ਕਰਨਾ ਹੈਗਾ। ਸਰਕਾਰ ਬਿਜ਼ਨਸ ਕਰਨ ਵਾਸਤੇ ਨਹੀਂ ਹੁੰਦੀ, ਸਰਕਾਰ ਸਰਵਿਸ ਦੇਣ ਵਾਸਤੇ ਹੁੰਦੀ ਹੈ, ਲੋਕਾਂ ਦੀ ਸੇਵਾ ਕਰਨ ਵਾਸਤੇ ਹੁੰਦੀ ਹੈ। ਪਰ ਪੈਟਰੋਲ ਤੇ ਸ਼ਰਾਬ ਦੇ ਵਿੱਚ ਸਰਕਾਰ ਦੱਬ ਕੇ ਬਿਜ਼ਨਸ ਕਰਦੀ ਹੈ, ਉੱਥੇ ਕਹਿੰਦੀ ਸਾਡਾ ਬਿਜ਼ਨਸ ਕਰਨ ਦਾ ਹੱਕ ਹੈ, ਇਹ ਤੋਂ ਬਿਨਾਂ ਅਸੀਂ ਚੱਲਦੇ ਨਹੀਂ ਹੈਗੇ। ਤੇ ਵੀ ਐਸੇ ਤੇ ਵੀ ਇਹਨੂੰ ਵੀ ਸ਼ਰਾਬ ਪੈਟਰੋਲ ਵਾਂਗੂ ਹੀ ਤੁਸੀਂ ਮਹਿੰਗਾ ਕਰ ਦਿਓ। ਠੀਕ ਹੈ, ਇਹਨੂੰ ਬਾਹਰ ਲਿਜਾ ਕੇ ਵੇਚ ਲਓ। ਜਿੱਥੇ ਨਰਮਾ ਨਹੀਂ, ਅਮਰੀਕਾ ਦਾ ਇੱਕ ਟੈਕਸਸ ਏਰੀਆ ਜਿੱਥੇ ਨਰਮੇ ਦੀ ਖੇਤੀ ਵੱਡੇ ਲੈਵਲ ਤੇ ਹੁੰਦੀ ਹੈ, ਉੱਥੇ ਜਦੋਂ ਮੌਸਮ ਸਾਥ ਦਿੰਦਾ ਇੱਕੋ ਹੀ ਫਸਲ ਹੁੰਦੀ ਆ ਉਸ ਏਰੀਏ ਦੇ ਵਿੱਚ ਸਾਲ ਦੇ ਵਿੱਚ। ਪਰ ਪੰਜਾਬ ਨੂੰ ਇਹ ਇੱਕ ਮੰਨ ਲਓ ਵੀ ਇੱਕ ਗੋਲਡਨ ਬੈਲਟ ਕਹਿ ਸਕਦੇ, ਸੋਨੇ ਦੀ ਚਿੜੀ ਤਾਂ ਹੀ ਕਹਿੰਦੇ ਸੀਗੇ ਇਹਨੂੰ ਕਿਸੇ ਨੇ ਐਵੇਂ ਹੀ ਨਹੀਂ ਕਹਿਤਾ ਹੈਗਾ ਸੋਨੇ ਦੀ ਚਿੜੀ, ਕਿਉਂਕਿ ਇਹਦੇ ਵਿੱਚ 12 ਮਹੀਨੇ ਫਸਲਾਂ ਹੋ ਸਕਦੀਆਂ। ਠੀਕ ਹੈ ਬਾਈ। ਹਾਂ, ਕੁਦਰਤ ਇੱਕ ਨੈਚੁਰਲ ਡਿਜ਼ਾਸਟਰ ਹੋ ਜੇ, ਸੋਕਾ ਕੇ ਪੈ ਜੇ ਜਾਂ ਜ਼ਿਆਦਾ ਮੀਂਹ ਕਰਕੇ ਫਸਲ ਖਰਾਬ ਹੋ ਗਈ, ਉਹ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ। ਤੁਸੀਂ ਦੇਖੋ ਵੀ ਜਿੱਥੇ 6 ਮਹੀਨੇ ਬਰਫ਼ ਹੀ ਪੈ ਰਹੀ ਹੈ, ਕੋਈ ਫਸਲ ਨਹੀਂ ਹੋ ਸਕਦੀ, ਤੇ 6 ਮਹੀਨੇ ਉਸ ਤੋਂ ਬਾਅਦ ਅਗਲਾ ਟਾਈਮ ਬਚਦਾ ਗਰਮੀ, ਜਿੱਥੇ ਇੱਕ ਫਸਲ ਹੋ ਸਕਦੀ ਹੈ। ਉਹ ਕਾਫੀ ਦੁਨੀਆ ਦੇ ਵਿੱਚ ਏਰੀਏ ਹੈਗੇ, ਉਹ ਦੇਸ਼ ਫਿਰ ਵੀ ਵਿਕਸਿਤ ਆ, ਉੱਥੇ ਫਿਰ ਵੀ ਫਸਲਾਂ ਦੇ ਚੰਗੇ ਰੇਟ ਆ, ਉੱਥੇ ਕਿਸਾਨ ਇੰਨੇ ਜ਼ਿਆਦਾ ਡਾਊਨ ਨਹੀਂ ਹੈਗੇ, ਉੱਥੇ ਸਰਕਾਰਾਂ ਸਾਥ ਦਿੰਦੀਆਂ। ਸਬਸਿਡੀਆਂ ਤਾਂ ਸਾਰੀ ਦੁਨੀਆ 'ਚ ਹੀ ਚੱਲਦੀਆਂ, ਮਿੱਠੇ ਜ਼ਹਿਰ ਦੀ ਤਰ੍ਹਾਂ ਇਹ ਤਾਂ ਰੂੰਗਾ ਵੰਡਿਆ ਹੀ ਜਾਂਦਾ, ਸਾਰੇ ਕਿਤੇ ਵੰਡਿਆ ਜਾਂਦਾ। ਪਰ ਇਸ ਸਮੇਂ ਆਪਾਂ ਨੂੰ ਲੋੜ ਆ ਵੀ ਸਰਕਾਰਾਂ ਨੂੰ ਆਪਦੀ ਪਾਈਪਲਾਈਨ ਦੇ ਵਿੱਚ ਇਹੋ ਜਿਹੇ ਪ੍ਰੋਜੈਕਟ ਲੈ ਕੇ ਆਉਣੇ ਚਾਹੀਦੇ ਆ, ਜਿਹੜੇ ਹੁਣ ਤੁਸੀਂ ਦੇਖੋ ਵੀ ਮੈਂ ਫਸਲ ਪੈਦਾ ਕਰ ਲਈ, ਮੈਂ ਇੱਥੋਂ ਖੁਦ ਤਾਂ ਨਹੀਂ ਜਾ ਕੇ ਅਮਰੀਕਾ ਵੇਚ ਸਕਦਾ, ਕੋਈ ਪ੍ਰਾਈਵੇਟ ਅਦਾਰਾ ਵੇਚੇ, ਕੋਈ ਸਰਕਾਰੀ ਵੇਚੇ, ਸਾਨੂੰ ਕੋਈ ਪ੍ਰੋਬਲਮ ਨਹੀਂ। ਪਾਲਿਸੀ ਸਾਡੇ ਹੱਕ ਪੱਖੀ ਹੋਣੀ ਚਾਹੀਦੀ ਆ। ਆਹ ਨਵੇਂ ਕਾਨੂੰਨ ਆਏ ਆ, ਨਵੇਂ ਕਾਨੂੰਨਾਂ ਦਾ ਕਿੱਡਾ ਵੱਡਾ ਜ਼ਿਆਦਾ ਰੌਲਾ ਪੈਂਦਾ ਹੈਗਾ। ਸਰਕਾਰ ਤੋਂ ਕਿਸਾਨ ਆਪਦੀ ਇਕੱਲੀ ਸਿਕਿਉਰਿਟੀ ਤਾਂ ਮੰਗ ਰਿਹਾ, ਇੱਕ ਕੰਪਨੀ ਨੂੰ ਇਨਵਾਈਟ ਕਰਦੀ ਸਰਕਾਰ ਇੱਥੇ ਆ ਕੇ ਵੀ ਥਰਮਲ ਲਾ ਲਾ,
ਮੈਂ ਤੁਹਾਨੂੰ ਨਹਿਰ ਵੀ ਦਿੰਦਾ, ਸੜਕ ਵੀ ਦਿੰਦਾ, ਲੇਬਰ ਵੀ ਪ੍ਰਬੰਧ ਕਰਕੇ ਦਿੰਦਾ, ਤੈਨੂੰ ਲੈਂਡ ਵੀ ਰਿਕਵਾਇਰ ਕਰਕੇ ਦਿੰਦਾ। ਉਹ ਕੰਪਨੀ ਉਹ ਤੋਂ ਸਿਕਿਉਰਿਟੀ ਲੈ ਰਹੀ ਹੈ ਪਹਿਲਾਂ, ਉਸ ਲੈਂਡ ਤੇ ਉਹਦਾ ਬੀਮਾ ਉਹ ਹੋ ਰਿਹਾ, ਲੋਨ ਹੋ ਰਿਹਾ। ਕਿਉਂਕਿ ਤੁਸੀਂ ਦੇਖੋ ਥਰਮਲ ਤੇ ਸਾਰਾ 50 ਕਿੱਲਿਆਂ 'ਚ ਲੱਗਿਆ ਹੋਊਗਾ, ਤੇ ਲੈਂਡ ਹੋਲਡਿੰਗ ਉਸ ਦੇ ਕੋਲੇ ਘੱਟੋ ਘੱਟ 700 ਕਿੱਲਾ ਹੋਣੀ ਹੈ। ਉਹ 700 ਕਿੱਲਾ ਲੋਨ ਲੈਣ ਵਾਸਤੇ ਉਹ ਅੱਗੇ ਵਧਾਉਣਾ ਘਟਾਉਣਾ, ਉਹਦੇ ਵਿੱਚ ਜੰਗਲ ਆਈ ਤੇ ਮਹਿਕਮਾ ਉਹ ਬਣਾ ਕੇ ਰੱਖਣਾ, ਇਹ ਸਾਰੇ ਰੂਲ ਬਣਾਏ ਹੋਏ ਆ। ਪਰ ਅਸਲ ਕੀ ਹੈ, ਸਰਕਾਰ ਉਹਦੀ ਇਨਡਾਇਰੈਕਟਲੀ ਡਾਇਰੈਕਟਲੀ ਹੈਲਪ ਤਾਂ ਕਰ ਰਹੀ ਹੈ ਨਾ, ਫਾਰਮਰ ਦੀ ਕਿਉਂ ਨਹੀਂ ਕਰ ਰਹੀ? ਉਹਨੂੰ ਵੀ ਇੰਡਸਟਰੀ ਬਣਦੀ ਹੈ, ਇਹਨੂੰ ਵੀ ਇੰਡਸਟਰੀ ਬਣਦੀ ਹੈ। ਇਹਦੇ ਵਿੱਚ ਤਾਂ ਉਹਨੂੰ ਰੂੰਗਾ ਝੂੰਗਾ ਦੇਣ ਦੀ, ਫਸਲ ਦਾ ਰੇਟ ਵਧਣਾ ਨਹੀਂ ਚਾਹੀਦਾ, ਸਬਸਿਡੀ 10% ਹੋਰ ਵਧਾ ਦਿਓ। ਸਬਸਿਡੀ ਅਸੀਂ ਕਿਉਂ ਲਈਏ? ਸਬਸਿਡੀ ਬੰਦ ਹੋਣੀ ਚਾਹੀਦੀ, ਨਿੱਲ ਹੋਣੀ ਚਾਹੀਦੀ ਹੈ। ਬਿਲਕੁਲ, ਜਿਹੜੀ ਕਿ ਹਾਂ ਮਿੱਠਾ ਜ਼ਹਿਰ ਆ। ਤੁਸੀਂ ਦੇਖ ਲਓ ਵੀ ਮੈਂ ਤੁਹਾਨੂੰ ਡਾਇਰੈਕਟਲੀ ਤੁਹਾਨੂੰ ਤਾਂ ਮੰਗੇ ਤੋਂ ਮੈਂ ਕੋਈ ਚੀਜ਼ ਦੇ ਨਹੀਂ ਰਿਹਾ, ਪਰ ਮੈਂ ਤੁਹਾਨੂੰ ਕੋਈ ਹੋਰ ਚੀਜ਼ ਦੇ ਰਿਹਾ। ਮਤਲਬ ਅੰਨੇ ਦੀ ਐਨਕ ਲਵਾਉਣ ਵਾਲੀ ਗੱਲ ਆ, ਠੀਕ ਹੈ। ਉਹਨੂੰ ਕਹਿ ਦਿੰਦੇ ਵੀ ਤੈਨੂੰ ਅਸੀਂ ਤੇਰਾ ਇਲਾਜ ਤਾਂ ਨਹੀਂ ਕਰ ਸਕਦੇ ਹੈਗੇ, ਪਰ ਤੈਨੂੰ ਐਨਕ ਵਧੀਆ ਕੰਪਨੀ ਲੈ ਕੇ ਦੇ ਦਿੰਦੇ। ਉਹ ਨਾ ਤਾਂ ਉਹਨੂੰ ਫਾਇਦਾ ਹੋਣਾ, ਪਰ ਆਪਾਂ ਤੁਸੀਂ ਐਂ ਕਰੋ ਵੀ ਜੱਗ ਦਿਖਾਵਾ ਕਰਨ ਵਾਲੀ ਗੱਲ ਆ। ਅੱਛਾ ਪ੍ਰਗਟ, ਅਗਲੀ ਗੱਲ ਇਹ ਕਰਦੇ ਆ ਬਾਈ ਜੀ, ਜਦੋਂ ਨਰਮਾ ਬੀਜਿਆ ਜਾਂਦਾ, ਸੰਘਣਾ ਹੋ ਜਾਂਦਾ, ਬੂਟਾ ਪੱਟਣ ਨੂੰ ਜੀ ਨਹੀਂ ਕਰਦਾ ਆਮ ਜ਼ਿਮੀਂਦਾਰ। ਜੀ ਨਹੀਂ ਕਰਦਾ, ਨਹੀਂ ਨਾ ਕਰਦਾ ਵੀ ਇਹ ਕਿੰਨੇ ਬੂਟੇ ਹੋਣੇ ਚਾਹੀਦੇ ਕਿੱਲੇ ਦੇ ਵਿੱਚ, ਕਿੰਨਾ ਕੁ ਵਿਰਲਾ ਹੋਣਾ ਚਾਹੀਦਾ, ਕੀ ਹਿਸਾਬ ਆ? ਜੀ ਦੇਖੋ, ਕੁਦਰਤ ਨੇ ਆਪਾਂ ਨੂੰ ਬਹੁਤ ਕੁਝ ਦੇਤਾ ਫਰੀ ਦੇ ਵਿੱਚ ਜੀ ਬਾਈ, ਤੇ ਆਪਾਂ ਗਵਾਤਾ। ਠੀਕ ਹੈ, ਇਹ ਮੰਨਣੀ ਪਊਗੀ ਗੱਲ ਆਪਾਂ ਨੂੰ, ਕਿਉਂਕਿ ਆਪਾਂ ਘਾਟੇ 'ਚ ਜਾ ਰਹੇ ਹਾਂ ਨਾ। ਸਰਕਾਰਾਂ ਨਹੀਂ ਸਾਥ ਦੇ ਰਹੀਆਂ, ਵੱਖਰੀ ਗੱਲ ਆ, ਪਰ ਆ ਜ਼ਮੀਨ ਤਾਂ ਆਪਣੀ, ਇਹਨੂੰ ਤਾਂ ਸਾਥ ਦੇਣਾ ਚਾਹੀਦਾ। ਇਹ ਤਾਂ ਨਹੀਂ ਸਰਕਾਰ ਦਾ ਸਾਥ ਦੇਊਗੀ, ਇਹ ਤਾਂ ਆਪਣੇ ਸਾਥ ਦੇਊਗੀ। ਜੇ ਮੰਨ ਕੇ ਚੱਲੀਏ ਵੀ 17 ਤੱਤ ਇੱਕ ਫਸਲ ਨੂੰ ਚਾਹੀਦੇ ਆ, ਠੀਕ ਆ ਬਾਈ, ਤੇ ਉਹਦੇ ਵਿੱਚੋਂ 3 ਤਾਂ ਇਹੋ ਜਿਹੇ ਆ ਨਾ ਜਿਹੜੇ ਆਪਾਂ ਮੁੱਲ ਲੈ ਕੇ ਤਾਂ ਪਾਉਣੇ ਨਹੀਂ ਹੈਗੇ, ਜਿਹਦੇ ਵਿੱਚੋਂ ਹਵਾ ਹੈ, ਪਾਣੀ ਹੈ ਤੇ ਸੂਰਜ ਦੀ ਰੋਸ਼ਨੀ ਹੈ। ਇਹਨਾਂ ਤਿੰਨਾਂ ਨੂੰ ਆਪਾਂ ਕਹਿੰਦੇ ਆ ਵੀ ਬੰਦ ਹੋ ਜਾਓ। ਜਦੋਂ ਇਹਨਾਂ ਤਿੰਨਾਂ ਦਾ ਸਰਕਲ ਘਟਦਾ ਤਾਂ ਜ਼ਮੀਨ ਦੀ ਪੀਐਚ ਖਰਾਬ ਹੈ, ਆਰਗੈਨਿਕ ਕਾਰਬਨ ਵਧੀਆ ਨਹੀਂ ਹੈਗੀ, ਆਪਾਂ ਸਾਰੀਆਂ ਫਸਲਾਂ ਦਾ ਮਲਬਾ ਵੀ ਬਾਹਰ ਕੱਢ ਦੇਣਾ ਤੇ ਉਹਨਾਂ ਦੀ ਫਸਲ ਵੀ ਬਾਹਰ ਕੱਢ ਦੇਣੀ ਹੈ, ਤੇ ਜ਼ਮੀਨ ਚੋਂ ਕੁਛ ਨਾ ਕੁਛ ਲੈ ਕੇ ਬਾਹਰ ਨਿਕਲ ਰਿਹਾ ਹਰ ਚੀਜ਼। ਠੀਕ ਹੈ, ਉਹਦੇ 'ਚ ਪੈ ਨਹੀਂ ਰਿਹਾ, ਪੈ ਕੀ ਰਿਹਾ? ਖਾਦਾਂ ਰੇਹਾਂ ਸਪਰੇਹਾਂ ਉਹ ਪੈ ਰਹੀਆਂ, ਜਿਹਦੇ ਕਰਕੇ ਉਹਦੀ ਸੰਰਚਨਾ ਖਰਾਬ ਹੋ ਰਹੀ ਹੈ। ਠੀਕ ਹੈ, ਹੁਣ ਇਹ ਤੁਸੀਂ ਬੂਟਿਆਂ ਦੀ ਗੱਲ ਕੀਤੀ ਹੈ, ਬੂਟੇ 3500 ਤੋਂ ਲੈ ਕੇ 8000 ਤੱਕ ਬੂਟਾ ਹੋ ਸਕਦਾ ਕਿੱਲੇ 'ਚ। ਹਾਂ, ਇਹ ਹੁਣ ਫਾਰਮਰ ਨੇ ਡਿਸਾਈਡ ਕਰਨਾ ਆਪਦੇ ਲੈਵਲ ਤੇ ਟਰਾਇਲ ਕਰਕੇ ਵੀ ਮੇਰੀ ਜ਼ਮੀਨ ਆ ਜਿਹੜੀ ਉਹ ਬੂਟੇ ਨੂੰ ਕਿੰਨੀ ਕੁ ਖੁਰਾਕ ਦੇ ਸਕਦੀ ਹੈ, ਕਿੰਨਾ ਕੁ ਬੂਟਾ ਫੈਲ ਸਕਦਾ। ਜੇ ਤਾਂ ਕੋਈ ਟਿੱਬੇ ਤੇ ਲੱਗਿਆ ਹੋਇਆ, ਦਰਮਿਆਨੀ ਧਰਤੀ ਹੈ, ਨਵਾਂ ਖੇਤ ਆ, ਬੂਟਾ ਜ਼ਿਆਦਾ ਨਹੀਂ ਫੈਲਦਾ, ਤਾਂ ਫਿਰ ਬੂਟਾ ਜ਼ਿਆਦਾ ਰੱਖ ਲਓ, 6000 6500 8000 ਤੱਕ ਵੀ ਰੱਖ ਸਕਦੇ ਹੋ, ਮਤਲਬ ਕਿ 3.5 ਬਾਈ 2 ਫੁੱਟ ਤੇ ਵੀ ਰੱਖ ਸਕਦੇ ਹੋ। ਪਰ ਜੇਕਰ ਤੁਹਾਡਾ ਖੇਤ ਬਹੁਤ ਜ਼ਿਆਦਾ ਸਿਹਤਮੰਦ ਆ, ਚੰਗੀ ਉਹਦੇ ਵਿੱਚ ਆਪਾਂ ਕਹਿ ਲਓ ਵੀ ਚੰਗੇ ਕਰੈਕਟਰ ਆ, ਇੱਕ ਚੰਗੀ ਮਿੱਟੀ ਵਰਗੇ ਗੁਣ ਹੈਗੇ ਆ ਉਹਦੇ ਵਿੱਚ, ਤਾਂ ਮੌਸਮ ਤੁਹਾਡਾ ਸਾਥੀ ਆ, ਪਾਣੀ ਤੁਹਾਡੇ ਕੋਲੇ ਪ੍ਰਬੰਧ ਹੈਗੇ ਆ ਜੀ ਬਾਈ, ਤੇ ਤੁਸੀਂ ਉਹਦੇ ਵਿੱਚ ਬੂਟਾ 3.5 ਫੁੱਟ ਤੇ ਕਰੋਗੇ ਤਾਂ 4200 ਬੂਟਾ ਹੋ ਜਾਊਗਾ। ਠੀਕ ਹੈ, ਅਸਲ ਦੇ ਵਿੱਚ ਕੀ ਹੈ, ਬੂਟੇ ਨੇ ਖੁਸ਼ਕੀ ਦੇ ਨਾਲ ਫਲ ਲੈਣਾ ਹੁੰਦਾ, ਤੇ ਜਦੋਂ ਸੰਘਣਾ ਰਹੂਗਾ ਉਹ 'ਚ ਪੜਸੇਕ ਵੀ ਜ਼ਿਆਦਾ ਰਹੂ, ਉਹ 'ਚ ਤਿਰੌਤੀ ਵੀ ਜ਼ਿਆਦਾ ਰਹੂ, ਉਹਦੇ 'ਚ ਫਲੱਡ ਸਟ੍ਰੈਸ ਵੀ ਆਊਗਾ, ਹੀਟ ਸਟ੍ਰੈਸ ਵੀ ਆਊਗਾ, ਤੇ ਉਹਦੇ ਵਿੱਚ ਡਰਾਈ ਸਟ੍ਰੈਸ ਵੀ ਜ਼ਿਆਦਾ ਆਊਗਾ। ਜਦੋਂ ਫੁੱਲ ਬੂਕੀ ਇੱਕ ਵਾਰੀ ਜ਼ਿਆਦਾ ਲੈ ਲੂਗਾ ਤਾਂ ਉਹ ਖੁਰਾਕ ਦੀ ਕਮੀ ਹੋਣ ਕਰਕੇ ਡੇਗ ਵੀ ਦੇਊਗਾ। ਠੀਕ ਹੈ, ਕੋਈ ਵੀ ਤੁਸੀਂ ਵੀ ਦੇਖ ਲਓ, ਆਪਣੇ ਸਰੀਰ ਤੇ ਕਰੋੜਾਂ ਵਾਲ ਹੈ, ਇਹ ਸਦਾ ਨਾਲ ਤਾਂ ਨਹੀਂ ਰਹਿੰਦੇ, ਨਵੇਂ ਆਉਂਦੇ ਰਹਿੰਦੇ, ਝੜਦੇ ਰਹਿੰਦੇ ਆ। ਇਹ ਸ੍ਰਿਸ਼ਟੀ ਦਾ ਰੂਲ ਹੀ ਹੈਗਾ। ਅੰਬ ਦੇ ਦਰਖਤ ਨੂੰ ਇਹ ਕਹਿੰਦੇ ਆ ਵੀ ਇੰਨੇ ਕੁ ਫੁੱਲ ਲੱਗਦੇ ਆ ਵੀ ਇੱਕ ਸਟੇਟ ਨੂੰ ਅੰਬ ਪੂਰਾ ਕੀਤਾ ਜਾ ਸਕਦਾ ਇੱਕ ਦਰਖਤ ਤੋਂ ਜੀ ਬਾਈ, ਇੰਨਾ ਫੁੱਲ ਲੱਗਦਾ, ਪਰ ਉਹਦਾ 0.5% ਸਿਰੇ ਚੜ੍ਹਦਾ। ਠੀਕ ਹੈ, ਮੰਨ ਕੇ ਚੱਲੋ ਵੀ ਉਸ ਦਾ 100 ਤੋਂ ਵੀ ਆਪਾਂ ਅੱਧ ਕਰ ਲਿਆ, 200 ਗੁਣਾ ਉਹਦਾ 200ਵਾਂ ਹਿੱਸਾ ਹੀ ਸਿਰੇ ਚੜ੍ਹਦਾ, ਤਾਂ ਜਾ ਕੇ ਕੋਈ ਅੰਬ ਦਾ ਸਾਈਜ਼ ਬਹੁਤ ਵੱਡਾ ਹੁੰਦਾ। ਜੇ ਹੁਣ ਸਾਰੇ ਹੀ ਪੱਕ ਜਾਂਦਾ, ਬੂਟਾ ਤਾਂ ਟੁੱਟ ਹੀ ਜਾਊਗਾ ਨਾ। ਫਿਰ ਇਹਨੂੰ ਫਰੂਟ ਲੱਗਦਾ, ਇਹਦਾ ਵੀ ਫਰੂਟ ਵੱਡਾ ਹੁੰਦਾ, ਇਹਦਾ ਫਰੂਟ ਵੀ 2 ਗ੍ਰਾਮ ਦਾ, 1.5 ਗ੍ਰਾਮ ਦਾ, 2.5 ਗ੍ਰਾਮ ਦਾ ਹੁੰਦਾ, ਟੀਂਡਾ ਜਿਹਨੂੰ ਆਪਾਂ ਕਹਿੰਦੇ ਆ। ਪਰ ਜੇ ਇਹ ਵੀ ਮਣਾ ਮੂੰਹ ਹੀ ਲੱਗ ਜੇ ਤਾਂ ਫਿਰ ਬੂਟਾ ਟੁੱਟ ਜੂਗਾ, ਇੰਨਾ ਬੂਟਾ ਖੁਰਾਕ ਨਹੀਂ ਦੇ ਸਕਦਾ। ਵਿਰਲਾ ਕਰਨਾ ਜ਼ਰੂਰੀ ਹੈ, ਵਿਰਲਾ ਕਰਨਾ ਜ਼ਰੂਰੀ ਹੈ। ਬੂਕੀ ਡਿੱਗਦੀ ਹੈ, ਜੇ ਇੱਕ ਬ੍ਰਾਂਚ ਤੋਂ ਇੱਕ ਬੂਕੀ ਡਿੱਗ ਰਹੀ ਹੈ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ, ਉਹ ਖੁਸ਼ਕੀ ਕਰਕੇ ਜ਼ਿਆਦਾ ਆਈ ਹੋ ਸਕਦੀ ਆ। ਉਹ ਬੂਟੇ ਦੀ ਇੱਕ ਟੈਂਡੈਂਸੀ ਹੁੰਦੀ ਹੈ, ਕੋਈ ਵੀ ਮਰਨ ਲੱਗਿਆ ਬੂਟਾ ਜ਼ਿਆਦਾ ਫਲ ਲੈਂਦਾ, ਜਿਹਨੂੰ ਆਪਾਂ ਕਹਿੰਦੇ ਆ ਵੀ ਔੜ ਦੀ ਸਿਚੁਏਸ਼ਨ 'ਚ ਜਦੋਂ ਬੂਟਾ ਬਾਹਰ ਆਉਂਦਾ ਤਾਂ ਉਹ ਲੱਗਿਆ ਹੋਇਆ ਫਲ ਝਾੜ ਦਿੰਦਾ, ਕਿਉਂਕਿ ਉਹਨੇ ਹੁੰਦਾ ਵੀ ਹੁਣ ਆਪਾਂ ਨੂੰ ਖੁਰਾਕ ਮਿਲ ਗਈ, ਆਪਾਂ ਜਿਹੜਾ ਮਰਨ ਬਾਰੇ ਸੋਚਿਆ ਸੀਗਾ ਉਹ ਹੁਣ ਜੇ ਆਪਾਂ ਸ਼ਾਇਦ ਜਿਉਂਦੇ ਰਵਾਂਗੇ, ਪਹਿਲਾਂ ਵਾਲਾ ਫਲ ਝਾੜ ਕੇ ਨਵਾਂ ਚੱਕਣਾ ਸ਼ੁਰੂ ਕਰ ਦਿੰਦਾ। ਠੀਕ ਹੈ ਬਾਈ। ਹਾਂਜੀ, ਇੱਕ ਪ੍ਰਗਟ ਹੋਰ ਦੱਸੋ, ਜਿਹੜਾ ਛੋਟਾ ਜ਼ਿਮੀਂਦਾਰ ਆ, ਹਾਂਜੀ, ਘੱਟ ਨਰਮਾ ਬੀਜ ਰਿਹਾ ਜੀ, ਇਹਦੇ ਵਿੱਚ ਕਿਹੜੀ ਫਸਲ ਸਬਜ਼ੀਆਂ ਬੀਜ ਸਕਦਾ ਤੇ ਕਿਹੜੀਆਂ ਸਬਜ਼ੀਆਂ ਨਹੀਂ ਬੀਜਣੀਆਂ ਚਾਹੀਦੀਆਂ ਇਹਦੇ ਵਿੱਚ? ਹਾਂ, ਇਹ ਮੇਨ ਆ ਜੀ ਇਹ ਸੰਭਾਲ, ਕਿਉਂਕਿ ਦੇਖੋ ਆਮਦਨ ਨਾਲ ਜੁੜੀ ਹੋਈ ਗੱਲ ਹੈ। ਬਿਲਕੁਲ, ਖਾਣਾ ਤਾਂ ਜਿਨ੍ਹਾਂ ਜਿਹੜੇ ਨਹੀਂ ਖੇਤੀ ਕਰਦੇ ਉਹ ਵੀ ਕੁਛ ਨਾ ਕੁਛ ਖਾਂਦੇ ਆ, ਮੁੱਲ ਲੈ ਕੇ ਖਾਂਦੇ ਆ। ਜ਼ਿਮੀਂਦਾਰ ਵੀ ਹੁਣ ਵੱਡੇ ਇਸ ਤਰ੍ਹਾਂ ਦੇ ਹੋ ਗਏ ਕਿ ਪਸ਼ੂ ਵੀ ਰੱਖਣੇ ਛੱਡਤੇ ਤੇ ਜ਼ਮੀਨਾਂ ਵੀ ਠੇਕੇ ਤੇ ਆ, ਦੁੱਧ ਡੇਅਰੀ ਚੋਂ ਆ ਰਿਹਾ, ਸਮਾਨ ਸਾਰਾ ਮਾਰਕੀਟ ਚੋਂ ਆ ਰਿਹਾ ਜੀ ਬਾਈ। ਪਰ ਜਿਹਦਾ ਘਰੇ ਖੇਤੀ ਹੈ
ਉਹਨੂੰ ਇਹ ਸਾਰੀਆਂ ਚੀਜ਼ਾਂ ਨਹੀਂ ਲੈਣੀਆਂ ਚਾਹੀਦੀਆਂ, ਉਹਨੂੰ ਘਰੋਂ ਪੈਦਾ ਕਰ ਲੈਣੀਆਂ ਚਾਹੀਦੀਆਂ। ਪਰ ਆਪਣੇ ਹੁਣ ਰੁਝਾਨ ਇਹ ਵੱਖੋ ਵੱਖਰੇ ਹੋ ਗਏ। ਪਰ ਜਿਹੜੀਆਂ ਤੁਸੀਂ ਇਹਦੇ ਵਿੱਚ ਗੱਲ ਕੀਤੀ ਵੀ ਜਿਹੜੀ ਨਹੀਂ ਲਾਉਣੀ ਚਾਹੀਦੀ, ਇਹ ਜ਼ਰੂਰੀ ਆ। ਜਿਹੜੀ ਆਪਾਂ ਵੀ ਹੁਣ ਤੁਸੀਂ ਦੇਖੋ ਵੀ ਆਪਾਂ ਇੱਥੇ ਪਹੁੰਚੇ ਆਂਗੇ, ਕਿਹੜੇ ਰਾਹ ਆਉਣਾ ਚਾਹੀਦਾ ਇਹ ਜ਼ਰੂਰੀ ਨਹੀਂ, ਕਿਹੜੇ ਰਾਹ ਨਹੀਂ ਆਉਣਾ ਚਾਹੀਦਾ ਇਹ ਜ਼ਰੂਰੀ ਆ। ਕਿਉਂਕਿ ਟਾਈਮ ਤਾਂ ਉਹਨੇ ਖਰਾਬ ਕਰਨਾ ਨਾ, ਜਿਹੜੇ ਨਾਲ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਇਸ ਜਗ੍ਹਾ ਤੇ ਐਸੇ ਤਰ੍ਹਾਂ ਇਹਦੇ ਵਿੱਚ ਹੁਣ ਜਿਵੇਂ ਬੈਂਗਣ ਆ, ਜਿਹਨੂੰ ਤੇਲਾ ਜ਼ਿਆਦਾ ਪੈਂਦਾ, ਭਿੰਡੀ ਆ, ਜਾਂ ਹੋਰ 2-3 ਇਸ ਤਰ੍ਹਾਂ ਦੀਆਂ ਹੈਗੀਆਂ ਜਿਨ੍ਹਾਂ ਨੂੰ ਫੰਗਸ ਦੀ ਸਮੱਸਿਆ, ਮਿਰਚ, ਠੂਠੀ ਰੋਗ ਜ਼ਿਆਦਾ ਪੈਂਦਾ, ਇਹਦੇ ਵਿੱਚ ਨਹੀਂ ਲਾਉਣੀ ਚਾਹੀਦੀ। ਠੀਕ ਹੈ, ਜਾਂ ਤਾਂ ਉਹ ਵੈਰਾਈਟੀ ਇਸ ਤਰ੍ਹਾਂ ਦੀ ਹੋਵੇ ਕਿ ਉਹ ਜਿਹੜੀ ਇਹਨੂੰ ਬਿਮਾਰੀ ਆਉਣੀ ਆ ਉਸ 'ਤੇ ਵੀ ਨਾ ਆਉਂਦੀ ਹੋਵੇ। ਇਹਦੇ ਕੋਈ ਵੀ ਬੱਲਾਂ ਵਾਲੀ ਸਬਜ਼ੀ ਲੱਗ ਸਕਦੀ ਹੈ, ਤੋਰੀਆਂ ਲੱਗ ਸਕਦੀਆਂ, ਇੱਕ ਫਲੀ ਚੌਲਾ ਲੱਗ ਸਕਦਾ, ਚੌਲਾਂ ਦੀਆਂ ਵੇਲਾਂ ਲੱਗ ਸਕਦੀਆਂ, ਟਿੰਡੀਆਂ ਲੱਗ ਸਕਦੀਆਂ, ਕੱਦੂ ਲੱਗ ਸਕਦੇ ਆ, ਕਰੇਲਾ ਵੀ ਲੱਗ ਸਕਦਾ, ਈਵਨ ਕਿ ਟਮਾਟਰ ਦੇ ਬੂਟੇ ਵੀ ਲੱਗ ਸਕਦੇ ਆ, ਕੁਛ ਵੀ ਲੱਗ ਸਕਦਾ। ਪਰ ਤੁਹਾਨੂੰ ਇਹ ਕ੍ਰੌਪ ਤੋਂ ਕੁਛ ਵੱਖਰਾ ਕਰਨਾ ਪਊਗਾ, ਤੁਹਾਨੂੰ ਸਪੇਸਿੰਗ ਕਰਨੀ ਪਊਗੀ। ਤੇ ਉਹ ਇੱਕ ਬਹੁਤ ਵਧੀਆ ਮਾਡਲ ਆ, ਅਵਤਾਰ ਸਿੰਘ ਫਗਵਾੜਾ ਜੀ ਇਸ 'ਤੇ ਕੰਮ ਕਰ ਰਹੇ ਆ। ਪਰ ਹਜੇ ਉਸ ਦੇ ਵਿੱਚ, ਕਿਉਂਕਿ ਦੇਖੋ ਕੋਈ ਵੀ ਖੇਤੀਬਾੜੀ ਦਾ ਜਿਹੜਾ ਮਾਡਲ ਆ ਨਾ ਉਹ ਸਿਮੈਟਰਿਕ ਨਹੀਂ ਹੈਗਾ, ਪੂਰੀ ਦੁਨੀਆ 'ਚ ਨਹੀਂ ਹੈਗਾ। ਬਰਨਾਲੇ ਵਾਲਾ ਬੋਰ ਨਹੀਂ ਚੱਲਦਾ, ਬੋਰ ਵਾਲਾ ਮਹਾਲੀ ਨਹੀਂ ਚੱਲਦਾ, ਮਹਾਲੀ ਵਾਲਾ ਅੰਮ੍ਰਿਤਸਰ ਨਹੀਂ ਚੱਲਦਾ, ਪਹਿਲੇ ਪੰਜਾਬ ਦੀ ਗੱਲ ਕਰਕੇ। ਤੇ ਬਾਕੀ ਦੁਨੀਆ ਦਾ ਤੁਸੀਂ ਗੱਲ ਹੀ ਛੱਡ ਦਿਓ। ਫਿਲੀਪਾਈਨਸ ਵਾਲਾ ਆਪਣੇ ਇੱਥੇ ਗੁਜਰਾਤ 'ਚ ਨਹੀਂ ਚੱਲਦਾ, ਗੁਜਰਾਤ ਵਾਲਾ ਅਸਾਮ 'ਚ ਨਹੀਂ ਚੱਲਦਾ, ਅਸਾਮ ਵਾਲਾ ਯੂਪੀ 'ਚ ਨਹੀਂ ਚੱਲਦਾ, ਤੇ ਯੂਪੀ ਵਾਲਾ ਕਸ਼ਮੀਰ 'ਚ ਨਹੀਂ ਚੱਲਦਾ। ਇਹ ਕੋਈ ਵੀ ਜਿਹੜਾ ਆਪਾਂ ਕਰੀਏ ਵੀ ਕ੍ਰੌਪ ਪ੍ਰੈਕਟਿਸ ਦਾ ਮਲਟੀ ਕ੍ਰੌਪ ਸਿਸਟਮ ਕਹਿੰਦੇ ਆ, ਜਿਹਨੂੰ ਆਪਾਂ ਇੱਕ ਤੋਂ ਜ਼ਿਆਦਾ ਫਸਲਾਂ ਇੱਕ ਵਾਂ 'ਚ ਲੈਣੀਆਂ, ਤਾਂ ਉਹਦੇ ਲਈ ਇੱਕ ਕ੍ਰੌਪ ਦਾ ਕੈਲੰਡਰ ਹੋ ਸਕਦਾ, ਕ੍ਰੌਪ ਦਾ ਕੰਬੀਨੇਸ਼ਨ ਹੋ ਸਕਦਾ, ਸੀਜ਼ਨਲ ਕ੍ਰੌਪ ਹੋ ਸਕਦੀਆਂ। ਪਰ ਤੁਹਾਨੂੰ ਟੈਸਟ ਆਪਦੇ ਖੇਤ ਤੋਂ ਕਰਨ ਤੋਂ ਬਾਅਦ ਹੀ ਪਤਾ ਲੱਗਣਾ ਵੀ ਕੀ ਰਿਸਪੌਂਸ ਹੈ। ਅਗਰ ਚੰਗਾ ਜੇ ਇਹ ਇੱਕ ਛੋਟੇ ਫਾਰਮਰ ਲਈ ਬੜੀ ਆਪਸ਼ਨ ਵਧੀਆ, ਜਿਹਦੇ ਕੋਲੇ ਵੱਡੇ ਲਈ ਵੀ ਹੈਗੀ ਆ, ਵੱਡਾ ਨਹੀਂ ਕਰਦਾ, ਵੱਡੇ ਦਾ ਸਰਦਾ ਹੈ, ਪਰ ਛੋਟੇ ਨੂੰ ਵੱਡੇ ਵੱਲ ਨਹੀਂ ਦੇਖਣਾ ਚਾਹੀਦਾ, ਆਪਦੇ ਤੋਂ ਛੋਟੇ ਵੱਲ ਦੇਖਣਾ ਚਾਹੀਦਾ। ਜੇ ਆਪਾਂ ਕਹਿੰਦੇ ਵੀ 2.5-3 ਕਿੱਲੇ ਵਾਲੇ ਜ਼ਿਆਦਾ ਫਾਹਾ ਲੈਂਦੇ ਆ, ਉਹ ਜ਼ਿਆਦਾ ਰੱਸਾ ਚੁੱਕਦੇ ਆ, ਜਾਂ ਜ਼ਿਆਦਾ ਉਹਨਾਂ 'ਤੇ ਬੋਝ ਪੈਂਦਾ, ਤਾਂ ਉਹਨਾਂ ਨੂੰ ਤਾਂ ਫਿਰ ਆਪਦੀ ਮਿਹਨਤ ਦਾ ਲੈਵਲ ਵਧਾਉਣਾ ਚਾਹੀਦਾ ਨਾ। ਜਿਵੇਂ ਆਪਾਂ ਕਹਿੰਦੇ ਆ ਵੀ 1 ਕਿੱਲੇ ਦੇ ਵਿੱਚੋਂ 50,000 ਦਾ ਮੰਨ ਲਓ ਨਰਮਾ ਹੁੰਦਾ, ਜਾਂ ਇਸ ਤੋਂ ਜ਼ਿਆਦਾ ਕੱਢਣਾ, ਪਰ ਨਰਮਾ ਤੇ ਫਿਕਸ ਹੈ। ਉਹਦੇ ਵਿੱਚ ਜਿਹੜੀ ਆਪਾਂ ਵਿਹਲੇ ਟਾਈਮ ਦੇ ਵਿੱਚ ਜਿਹੜੀ ਫਸਲ ਲੈ ਕੇ ਵੇਚ ਸਕਦੇ ਆ, ਰਿਟੇਲ ਕਰ ਸਕਦੇ ਆ। ਹੁਣ ਤੁਸੀਂ ਦੇਖੋ ਗੁਆਰੇ ਦੀਆਂ ਫਲੀਆਂ 80 ਰੁਪਏ ਵਿਕ ਰਹੀਆਂ ਜੀ ਬਾਈ, ਠੀਕ ਹੈ, ਤੇ ਬਾਕੀ ਸਬਜ਼ੀਆਂ ਦੇ ਰੇਟ ਵੀ ਬਹੁਤ ਜ਼ਿਆਦਾ ਵਧੇ ਹੋਏ ਆ। ਹੁਣ ਜਿਹਦੇ ਕੋਲੇ ਲੱਗੀਆਂ ਹੋਈਆਂ ਉਹਦਾ ਡੇਲੀ 500-1000 ਰੁਪਇਆ ਬਣ ਰਿਹਾ, ਉਹਦਾ ਪਰਿਵਾਰ ਵੀ ਚੱਲੇਗਾ, ਫਸਲ ਵੀ ਪਲ ਜੇਗੀ, ਇੱਕ ਐਕਸਟਰਾ ਇਨਕਮ ਸੋਰਸ ਹੋ ਗਿਆ। ਉਹ ਲਾਇਆ ਜਾ ਸਕਦਾ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਕੀ ਹੈ, ਇੱਕ ਪਲੈਨਿੰਗ ਤਹਿਤ, ਇੱਕ ਕ੍ਰੌਪ ਪ੍ਰੈਕਟਿਸ ਤਹਿਤ, ਇੱਕ ਮਲਟੀ ਕ੍ਰੌਪ ਸਿਸਟਮ ਵੀ ਜ਼ਿਆਦਾ ਫਸਲਾਂ ਇੱਕ ਖੇਤ ਦੇ ਵਿੱਚ ਲਾਉਣੀਆਂ, ਤੇ ਬੰਦੇ ਦੀ ਮਿਹਨਤ ਵੀ ਵਧਣੀ ਆ, ਉਸ ਤੇ ਘਟਣੀ ਨਹੀਂ ਹੈਗੀ। ਜੇ ਬੰਦੇ ਕੋਲੇ ਮਿਹਨਤ ਵਧਾਉਣ ਦਾ ਦਿਲ ਹੈਗਾ, ਜਿਗਰਾ ਹੈਗਾ, ਤਾਂ ਫਿਰ ਇਸ ਕੰਮ ਨੂੰ ਕੀਤਾ ਜਾ ਸਕਦਾ ਜੀ। ਇੱਕ ਵੱਟਾਂ ਤੇ ਨਰਮਾ ਬੀਜਿਆ ਜਾਂਦਾ। ਹਾਂਜੀ, ਵੱਟਾਂ ਤੇ ਨਰਮਾ ਬੀਜਣ ਦਾ ਕੀ ਫਰਕ ਆ, ਤੇ ਆਪਾਂ ਉੜਿਆਂ ਚਾਮ ਤਾਂ ਬੀਜਦੇ ਆ, ਹਾਂਜੀ, ਦੋਵਾਂ ਦਾ ਕੀ ਫਰਕ ਹੈ? ਦੇਖੋ ਕੁਛ ਇਸ ਤਰ੍ਹਾਂ ਦੇ ਏਰੀਏ ਹੁੰਦੇ ਆ ਜਿਹੜੇ ਟੇਲ ਤੇ ਬੈਠੇ ਹੁੰਦੇ ਆ। ਠੀਕ ਹੈ, ਕਿਉਂਕਿ ਜਿੱਥੇ ਨਹਿਰੀ ਪਾਣੀ ਦੀ ਵੇਟ ਹੁੰਦੀ ਹੈ, ਥੱਲੜੇ ਗਰਾਊਂਡ ਪਾਣੀ, ਜਿਹੜੇ ਧਰਤੀ ਦੇ ਧਰਾਤਲ ਦੇ ਪਾਣੀ ਜ਼ਿਆਦਾ ਵਧੀਆ ਨਹੀਂ ਹੁੰਦੇ, ਜਾਂ ਉਹਨਾਂ ਦੀ ਉਹ ਨਰਮੇ ਦੀ ਖੇਤੀ ਲਈ ਜ਼ਿਆਦਾ ਢੁਕਵੇਂ ਨਹੀਂ ਹੁੰਦੇ ਜੀ ਬਾਈ, ਤਾਂ ਉੱਥੇ ਘੱਟ ਪਾਣੀ ਦੇ, ਆਪਣੇ ਕੋਲੇ ਪਾਣੀ ਘੱਟ ਆ, ਲੈਂਡ ਹੋਲਡਿੰਗ ਜ਼ਿਆਦਾ ਆ, ਜਾਂ ਆਪਣੇ ਕੋਲੇ ਚੰਗੇ ਰਿਜ਼ਲਟ ਚਾਹੀਦੇ ਆ, ਉੱਥੇ ਤਜਰਬੇ ਪੱਖੀ ਹੀ ਇਹ ਫੈਸਲਾ ਲਿਆ ਜਾ ਸਕਦਾ ਕਿ ਜਿੱਥੇ ਸਰਦਾ ਸਾਰ ਲੈਣਾ ਚਾਹੀਦਾ, ਜਿੱਥੇ ਨਹੀਂ ਸਰਦਾ ਉੱਥੇ ਕੋਈ ਐਕਸਪਲੋਰ ਕਰ ਲੈਣੀ ਚਾਹੀਦੀ ਹੈ ਚੀਜ਼। ਉਹ ਫਾਰਮਰਾਂ ਦੇ ਹੀ ਕੱਢੇ ਹੋਏ ਤਜਰਬੇ ਆ। ਕੋਈ ਵੱਟਾਂ ਦੀ ਟੀਸੀ ਤੇ ਲਾਉਂਦਾ, ਕੋਈ ਬੈੱਡ ਬਣਾ ਕੇ ਲਾਉਂਦਾ, ਕੋਈ ਵੱਟਾਂ ਦੀ ਢਲਾਣ ਤੇ ਲਾਉਂਦਾ। ਠੀਕ ਹੈ, ਜਿੱਥੇ ਕਿਸੇ ਦੀ ਨਹਿਰੀ ਪਾਣੀ ਦੀ ਕਮੀ ਹੈ, ਕਿਸੇ ਦੀ ਨਹਿਰੀ ਪਾਣੀ ਦੀ ਕਮੀ ਨਹੀਂ, ਮੋਟਰਾਂ ਦੇ ਪਾਣੀ ਦੀ ਵੀ ਕਮੀ ਆ। ਹਰਿਆਣੇ ਦਾ, ਹਿਸਾਰ ਦਾ, ਹੰਸੀ ਦਾ, ਗਰੋਹਾ ਦਾ, ਇੱਧਰ ਕਾਫੀ ਜ਼ਿਆਦਾ ਏਰੀਆ ਇਸ ਤਰ੍ਹਾਂ ਦਾ ਪੈਂਦਾ ਵੀ ਥੱਲੇ ਦਾ ਪਾਣੀ ਬਹੁਤ ਜ਼ਿਆਦਾ ਖਰਾਬ ਆ ਜੀ ਬਾਈ। ਠੀਕ ਹੈ, ਅਗਰ ਨਹਿਰੀ ਪਾਣੀ ਦੀ ਬੰਦੀ ਆ ਗਈ ਤਾਂ ਸਮਝ ਲਓ ਨਰਮਾ ਹੀ ਨਹੀਂ ਹੋ ਸਕਦਾ। ਜਾਂ ਕੋਈ ਇਸ ਤਰ੍ਹਾਂ ਦੀਆਂ ਇੱਕ ਇਹ ਕ੍ਰੌਪ ਪ੍ਰੈਕਟਿਸਾਂ ਅਲੱਗ-ਅਲੱਗ, ਇਹਨੂੰ ਆਪਾਂ ਕ੍ਰੌਪ ਸੋਇੰਗ ਮੈਥਡ ਕਹਿੰਦੇ ਆ ਵੀ ਨਰਮੇ ਦੇ ਬਿਜਾਈ ਦਾ ਢੰਗ, ਉਹ ਵੀ ਆਪਾਂ ਇਹਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਦਾਂ ਦੇ ਢੰਗ ਹੋ ਸਕਦੇ ਆ। ਤੁਸੀਂ ਤੇ ਵੱਟਾਂ ਪਾਉਣ ਦੀ ਗੱਲ ਕੀਤੀ ਹੈ, ਪਰ ਮੈਂ ਕਹਿੰਦਾ ਵੀ ਬਿਨਾਂ ਵਾਹੇ, ਬਿਨਾਂ ਸੁਹਾਗੇ ਵੀ ਨਰਮਾ ਬੀਜਿਆ ਜਾ ਸਕਦਾ। ਤੁਸੀਂ ਮਾਰਕਿੰਗ ਕਰ ਲਓ ਲੈਂਡ ਦੇ ਉੱਤੇ, ਲੀਕਾਂ ਖਿੱਚ ਲਓ, ਤੇ ਜਿੰਨਾ ਤੁਸੀਂ ਦੂਰ ਲਾਉਣਾ ਕਣਕ ਦੇ ਵੱਢ ਦੇ ਵਿੱਚ, ਬਿਲਕੁਲ ਜੀ। ਠੀਕ ਹੈ, ਜੇ ਨਹੀਂ ਤੂੜੀ ਬਣਾਉਣੀ ਹੈਗੀ, ਜਾਂ ਤੂੜੀ ਬਣਾਉਣੀ ਹੈ ਵਿੱਚ ਹੀ ਖਿਲਾਰਨੀ ਹੈ, ਤਾਂ ਵੀ ਬੀਜਿਆ ਜਾ ਸਕਦਾ। ਠੀਕ ਹੈ, ਅਸੀਂ ਇਸ ਵਾਰ ਮੇਰੀ ਲੈਂਡ ਹੋਲਡਿੰਗ ਥੋੜੀ ਜੀ ਰਾਜਸਥਾਨ ਦੇ ਵਿੱਚ ਵੀ ਪੈਂਦੀ ਹੈ, ਮੇਰੀ ਬੈਕਗ੍ਰਾਉਂਡ ਰਾਜਸਥਾਨ ਤੋਂ ਆ ਜੀ ਬਾਈ, ਤੇ ਉੱਥੇ ਆਪਾਂ ਇੱਕ ਛੋਟਾ ਤਜਰਬਾ ਕੀਤਾ 1.5 ਕਨਾਲ ਦੇ ਵਿੱਚ। ਉਹ ਤਜਰਬਾ ਇੱਕ ਮੰਨ ਲਓ ਵੀ ਪ੍ਰਮਾਤਮਾ ਨੇ ਕਰਾਤਾ ਵੀ ਬਾਣ ਤਾਂ ਵਾਹੁਣਾ ਸੀਗਾ, ਤੇ ਉਹ ਗੁਆਂਢੀ ਤੋਂ ਪਾਣੀ ਪੈ ਗਿਆ, ਤੇ ਠੀਕ ਹੈ, ਦੂਜਾ ਬਾਣ ਜਿਹੜਾ ਸੁੱਕਾ ਸੀ ਵਾਹਤਾ, ਤੇ ਜਦੋਂ ਉਹ ਵਾਹੇ ਨੂੰ ਅਸੀਂ ਸ਼ਾਮੀ ਪਾਣੀ ਲਾਤਾ, ਜਿਹੜਾ ਉਹਨੇ ਪਾਣੀ ਪਾਇਆ ਸੀਗਾ ਉਹਨੂੰ ਨਾ ਵਾਹਿਆ ਗਿਆ ਨਾ ਸੁਹਾਗਿਆ ਗਿਆ। ਜਦੋਂ ਦੋਨਾਂ ਦਾ ਟਾਈਮ ਆਇਆ, ਉਹਨੂੰ ਵਾਹ ਕੇ ਬੀਜਤਾ, ਉਹਨੂੰ ਬਿਨਾਂ ਵਾਹੇ ਬੀਜਤਾ, ਉਵੇਂ ਮਸ਼ੀਨ ਘਸਾ ਕੱਢਤੀ। ਤੇ ਉਹ ਐਂਡ ਹਜੇ ਆਪਣਾ ਐਂਡ ਨਹੀਂ ਹੋਇਆ ਹੈਗਾ, ਅੱਜ 3 ਮਹੀਨੇ ਦੀ ਫਸਲ ਹੋਈ ਆ, ਉਹਦੀ ਲੁੱਕ ਦੂਜੇ ਨਾਲੋਂ ਜ਼ਿਆਦਾ ਵਧੀਆ। ਤੇ ਦੂਜੇ ਤੇ ਤਾਂ ਆਪਣਾ 1500-1800 ਹਜ਼ਾਰ ਰੁਪਇਆ ਵੀਗੇ ਦਾ ਖਰਚ ਹੋਇਆ,
ਬੀਜ ਤਾਂ ਚਲੋ ਪੈਣਾ ਹੀ ਸੀਗਾ, ਉਹ 'ਚ ਵੀ ਪੈ ਗਿਆ, ਪਰ ਉਹਦੇ ਨਹੀਂ ਹੋਇਆ ਤੇ ਲੱਗ ਉਹ ਵਧੀਆ ਰਿਹਾ। ਜੇ ਉਹ ਐਂਡ ਤੱਕ ਵਧੀਆ ਰਹਿੰਦਾ ਤਾਂ ਉਸ ਕ੍ਰੌਪ ਪ੍ਰੈਕਟਿਸ ਨੂੰ ਵੀ ਆਪਾਂ ਸਪੋਰਟ ਕਰਾਂਗੇ, ਕਿਸਾਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਇਹਨਾਂ ਹੀ ਤਕਨੀਕਾਂ ਤੇ ਆਪਾਂ ਜ਼ਿਆਦਾ ਕੰਮ ਕਰਦੇ ਹਾਂ। ਜਿੱਥੇ 5 ਵੱਜਦੇ ਆ ਬਚਾਉਣੇ ਚਾਹੀਦੇ ਆ, ਜਿੱਥੇ 50 ਲਾ ਕੇ 100 ਬਣਦਾ ਕਿਸਾਨ ਦਾ ਉੱਥੇ ਲਵਾਉਣੇ ਚਾਹੀਦੇ। ਇੱਕ ਟੂਸੇ ਤੋੜਨ ਵਾਲਾ ਕਨਸੈਪਟ ਕੀ ਹੁੰਦਾ? ਹਾਂ, ਟੂਸੇ ਆਮ ਤੋੜੇ ਨਹੀਂ ਜਾਂਦੇ। ਹਾਂ, ਇਹ ਤੁਹਾਡੀ ਕਿਤਾਬ ਦੇ ਵਿੱਚ ਮੈਂ ਵੇਖਿਆ। ਹਾਂ, ਕੱਲ ਅਸੀਂ ਕਿਤਾਬ ਦੇ ਮੁਤਲਕ ਰਾਜਸਥਾਨ ਏਰੀਆ 'ਚ ਗਏ ਹੋਏ ਸੀ, ਉੱਥੇ ਕਾਫੀ ਸਾਨੂੰ ਫਾਰਮਰ ਮਿਲੇ। ਇੱਕ ਵੱਡੀ ਲੈਂਡ ਹੋਲਡਿੰਗ ਵਾਲਾ ਜਿਹਨੂੰ ਆਪਾਂ ਕਹਿੰਦੇ ਆ ਵੀ ਧਨਾਤ ਕਿਸਾਨ, ਉਹ ਮਿਲਿਆ ਸਾਨੂੰ। ਉਹ ਕਹਿੰਦਾ ਜੀ ਮੇਰੇ ਕੋਲ ਤਾਂ ਜੀ 45 ਕਿੱਲੇ ਆ। ਮੈਂ ਤਾਂ ਟੂਸੇ ਤੋੜਦਾ ਤੇ ਕਹਿੰਦਾ ਵੀ ਮੇਰਾ ਤਾਂ ਸੀਜ਼ਨ ਹੀ ਲੰਘ ਜੂ ਸਾਰਾ, ਮੈਂ ਤਾਂ ਲੇਬਰ ਹੀ ਖਾ ਜੂਗੀ। ਜਦੋਂ ਉਹਨੂੰ ਦੱਸਿਆ ਹਿਸਾਬ ਕਿਤਾਬ ਲਾ ਕੇ ਵੀ ਇੱਕ ਬੰਦਾ ਇੰਨੇ ਕੁ ਟੂਸੇ ਤੋੜ ਸਕਦਾ ਤੇ 4 ਬੰਦੇ ਇੰਨੇ ਕੁ ਤੋੜ ਸਕਦੇ ਆ, ਉਹਦਾ 5000 ਰੁਪਏ ਖਰਚਾ ਆ ਰਿਹਾ ਸੀ। ਤੇ ਉਹ ਸੋਚ ਰਿਹਾ ਸੀ ਵੀ ਟੂਸੇ ਤੋੜਨ ਦੀ ਬਜਾਏ ਆਪਾਂ ਕੋਈ ਹਾਰਮੋਨ ਸਪਰੇਅ ਕਰ ਦਈਏ ਇਹਦੀ ਹਾਈਟ ਘਟਾਉਣ ਵਾਲਾ, ਕੱਦ ਘਟਾਉਣ ਵਾਲਾ, ਤੇ ਉਹਦੀ ਕਾਸਟ 9000 ਬਣ ਰਹੀ ਸੀ। ਦੇਖੋ, ਇੱਕ ਚੀਜ਼ ਤੁਸੀਂ ਮਹਿੰਗੀ ਵਰਤ ਰਹੇ ਹੋ, ਇੱਕ ਉਹਦਾ ਫਾਇਦਾ ਘੱਟ ਹੈ, ਤਾਂ ਇਸ ਚੀਜ਼ ਦੇ ਨਾਲ ਵੀ ਤੁਹਾਨੂੰ ਕਾਫੀ ਜ਼ਿਆਦਾ ਫਰਕ ਪੈਂਦਾ ਹੈਗਾ ਕਿ ਜਦੋਂ ਤੁਸੀਂ ਟੂਸਾ ਤੋੜਦੇ ਹੋ ਇਹਦੀ ਬ੍ਰਾਂਚ ਦੇ ਵਿੱਚ એનર્ਜੀ ਟਰਾਂਸਲੋਕੇਟ ਹੁੰਦੀ ਆ। ਜੀ ਬਾਈ। ਇਹਦੀ ਬ੍ਰਾਂਚ ਦੇ ਵਿੱਚ ਇਹਦਾ ਸੈਪ ਮੂਵਿਲਿਟੀ ਜ਼ਿਆਦਾ ਹੁੰਦੀ ਆ, ਇਹਦੀਆਂ ਬ੍ਰਾਂਚਾਂ ਤੇ ਨੋਡ ਡਿਸਟੈਂਸ ਘਟਦੀ ਆ, ਇਹਦੀਆਂ ਬ੍ਰਾਂਚਾਂ ਤੇ ਲੱਗਣ ਵਾਲਾ ਫਰੂਟ ਬੋਲਡ ਹੁੰਦਾ। ਜਦੋਂ ਆਪਾਂ ਨੂੰ ਜਿਹੜਾ ਚੀਜ਼ ਚਾਹੀਦੀ ਆ ਉਹ ਆਪਣੇ ਹੱਥਾਂ ਨਾਲ ਹੀ ਕੰਮ ਕਰਨਾ ਮਿਲ ਗਈ ਤੇ ਫਿਰ ਆਪਾਂ ਪੈਸਟੀਸਾਈਡ ਦੇ ਵਿੱਚ ਜਾਂ ਮਾਰਕੀਟ ਦੇ ਵਿੱਚ ਕਿਉਂ ਜਾਈਏ। ਸੋ ਇਸ ਤਰੀਕੇ ਦੇ ਨਾਲ ਕੀ ਹੈ ਕਿ ਕੱਦ ਜ਼ਿਆਦਾ ਹੋ ਜਾਣਾ ਫਸਲ ਦਾ, ਜੁੱਸਾ ਮੱਲ ਜਾਣਾ, ਉਹ ਵੀ ਕੋਈ ਜ਼ਿਆਦਾ ਵਧੀਆ ਗੱਲ ਨਹੀਂ। ਖੁਰਾਕ ਹੀ ਲੈਣੀ ਆ ਉਹਨੇ। ਆਪਣੀ ਫਸਲ ਸਮੇਂ ਸਿਰ ਬਾਹਣਾ ਵੇਲਾ ਕਰੀਏ, ਅਗਲੀ ਫਸਲ ਵੀ ਬੀਜਣੀ ਆ ਆਪਾਂ, ਤਾਂ ਉਸ ਦੇ ਲਈ ਟੂਸੇ ਤੋੜਨ ਵਾਲਾ ਜਿਹੜਾ ਕੰਮ ਆ, ਸਹੀ ਟਾਈਮਿੰਗ ਦੱਸੀ ਹੋਈ ਹੈ ਵੀ 3.5 ਫੁੱਟ ਦਾ 3 ਫੁੱਟ ਦਾ ਬੂਟਾ ਹੋ ਜੇ ਤੁਸੀਂ ਟੂਸਾ ਤੋੜ ਸਕਦੇ ਹੋ। ਉਹਤੇ ਗਰੋਥ ਕਰਾਉਣ ਲਈ ਤੁਸੀਂ ਨਾਰਮਲ ਘਰ ਬਣਾਈਆਂ ਚੀਜ਼ਾਂ ਵਰਤ ਸਕਦੇ ਹੋ। ਉਹਨਾਂ ਤੇ ਵੀ ਅਸੀਂ ਫੋਕਸ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਧਿਆਨ ਇਹੀ ਰੱਖਿਆ ਗਿਆ ਕਿ ਮਿੱਟੀ ਸੰਰਚਨਾ ਜ਼ਿਆਦਾ ਵਧੀਆ ਹੋਵੇ, ਖਰਚ ਘਟੇ ਤੇ ਝਾੜ ਵਧੇ, ਮਿਹਨਤ ਵਧਦੀ ਵਧੇ, ਕੋਈ ਚੱਕਰ ਨਹੀਂ। ਅੱਛਾ, ਇੱਕ ਗੱਲ ਹੋਰ ਨਿਕਲ ਆਉਂਦੀ ਹੈ ਇਹਦੇ ਚੋਂ ਜੀ। ਯੂਰਪ ਦੇ ਕੁਝ ਦੇਸ਼ਾਂ ਦੇ ਵਿੱਚ ਨਾ ਕਾਟਨ ਦੀ ਡਿਮਾਂਡ ਕੀਤੀ ਜਾਂਦੀ ਹੈ ਆਰਗੈਨਿਕ ਦੀ। ਚਲੋ ਕਣਕ ਝੋਨਾ ਦਾ ਆਪਾਂ ਖਾਣਾ ਉਹ ਤਾਂ ਆਰਗੈਨਿਕ ਕਹਿੰਦੇ ਆ, ਫਿਰ ਨਰਮਾ ਆਰਗੈਨਿਕ ਕਾਹਤੋਂ ਮੰਗਦੇ ਆ? ਤੇ ਜੇ ਨਰਮਾ ਆਰਗੈਨਿਕ ਕਰਨਾ ਵੀ ਹੈ ਤਾਂ ਕਿਵੇਂ ਹੋ ਸਕਦਾ? ਦੇਖੋ, ਹੋ ਸਕਦਾ। ਨਰਮੇ ਦੇ ਪਲਾਂਟ ਨੂੰ ਜੇਕਰ ਤੁਸੀਂ ਸਹੀ ਡਿਸਟੈਂਸ ਤੇ ਸਹੀ ਏਰੀਏ ਦੇ ਵਿੱਚ ਸਹੀ ਕਲਾਈਮੇਟ ਦੇ ਵਿੱਚ ਕਰਦੇ ਹੋ, ਆਰਗੈਨਿਕ ਕੋਈ ਵੀ ਚੀਜ਼ ਹੋ ਸਕਦੀ ਹੈ। ਆਰਗੈਨਿਕ ਦਾ ਕੋਈ ਚੱਕਰ ਨਹੀਂ ਹੈਗਾ ਜੀ ਬਾਈ। ਪਰ ਆਰਗੈਨਿਕ ਬਦਨਾਮ ਜ਼ਿਆਦਾ ਹੋਈ ਵੀ ਐ ਇਸ ਵੱਲ, ਆਰਗੈਨਿਕ ਬਿਜ਼ਨਸ ਵੱਲ ਵੱਧ ਰਹੀ ਹੈ। ਜਦੋਂ ਫਾਰਮਰ ਆਰਗੈਨਿਕ ਕਰਦਾ ਤਾਂ ਉਹਨੂੰ ਲਟੇਰਾ ਕਿਹਾ ਜਾਂਦਾ। ਜਦੋਂ ਕੋਈ ਕੰਪਨੀ ਆਰਗੈਨਿਕ ਸਮਾਨ ਕਹਿ ਕੇ ਵੇਚਦੀ ਆ ਤਾਂ ਉਹਨੂੰ ਕਹਿੰਦੇ ਆ ਵੀ ਇਹ ਤਾਂ ਸਿਰਮੌਰ ਕੰਮ ਕਰਦਾ, ਇਹ ਹੋ ਹੀ ਨਹੀਂ ਸਕਦਾ ਸੀ। ਠੀਕ ਹੈ, ਆਰਗੈਨਿਕ ਤੁਸੀਂ ਆਹ ਨਰਮਾ ਦੇਖੋ ਵੀ ਇਹ 10 ਕੁਆਂਟਲ ਹੋਣਾ, 12 ਕੁਆਂਟਲ ਹੋਣਾ, 14 ਵੀ ਹੋ ਸਕਦਾ, ਕੁਦਰਤ ਦੀ ਮਿਹਰ ਹੈ ਇਹਦੇ ਤੇ ਵੀ ਕਿਵੇਂ ਹੋਊਗਾ। ਪਰ ਜੇ ਆਰਗੈਨਿਕ ਕਰਨਾ ਤਾਂ ਹੋ ਸਕਦਾ ਇਹ ਵੱਧ ਹੋ ਜੇ, ਹੋ ਸਕਦਾ ਇਹ ਘੱਟ ਹੋ ਜੇ, ਮਾਰ ਤਾਂ ਦੋਨਾਂ ਤੇ ਪੈਣੀ ਹੈ ਨਾ। ਬਿਲਕੁਲ ਠੀਕ ਹੈ, ਕੁਦਰਤ ਨੇ ਤਾਂ ਦੇਖਣਾ ਨਹੀਂ ਹੈਗਾ ਕਿਸੇ ਨੂੰ ਵੀ ਆਰਗੈਨਿਕ ਹੈ ਕਿ ਕੀ ਹੈਗਾ, ਉਹਨੇ ਤਾਂ ਆਪਦਾ ਕੰਮ ਕਰਨਾ। ਆਪਾਂ ਪਹਿਲਾਂ ਵੀ ਇਸ ਤੇ ਗੱਲ ਕਰਕੇ ਹਟੇ ਆ। ਜਿਹੜੀ ਆਰਗੈਨਿਕ ਨਰਮੇ ਦੇ ਵਿੱਚੋਂ ਕਾਟਨ ਨਿਕਲਦੀ ਆ, ਰੂੰ ਨਿਕਲਦੀ ਆ ਜੀ ਬਾਈ, ਉਹ ਮੈਡੀਕੇਸ਼ਨ ਦੇ ਵਾਸਤੇ ਯੂਜ਼ ਹੁੰਦੀ ਆ ਜੀ। ਉਹ ਕੁਝ ਕੰਟਰੀਆਂ ਦੇ ਵਿੱਚ ਉਹਦੀ ਡਿਮਾਂਡ ਹੈਗੀ ਆ, ਆਪਣੇ ਇੰਡੀਆ ਦੇ ਵਿੱਚ ਵਰਧਮਾਨ ਵੀ ਉਸ ਤੇ ਕੰਮ ਕਰ ਰਹੀ ਹੈ, ਹੋਰ ਕੰਪਨੀਆਂ ਵੀ 2-4 ਕੰਮ ਕਰ ਰਹੀਆਂ। ਫਿਰ ਉੱਥੇ ਗੱਲ ਆਉਂਦੀ ਆ ਵੀ ਜਿੱਦਾਂ ਜੇਕਰ ਫਾਰਮਰ ਦੇ ਵਿੱਚ ਅਵੇਅਰਨੈਸ ਨਹੀਂ ਹੁੰਦੀ ਹੈਗੀ ਪੈਸਟੀਸਾਈਡ ਦੇ ਬਾਰੇ, ਤਾਂ ਇਸ ਚੀਜ਼ ਦੇ ਮੁਤਾਲਕ ਕੋਈ ਜ਼ਿਆਦਾ ਵੱਡੇ ਫੈਸਲੇ ਨਹੀਂ ਲਏ ਜਾ ਸਕਦੇ। ਕਿਉਂਕਿ ਤੁਸੀਂ ਦੇਖੋ ਆ ਚਲੋ ਦੋਨੇ ਹੀ ਮੇਰੇ ਖੇਤ ਆ, ਇੱਧਰ ਮੰਨ ਲਓ ਮੇਰੇ ਗੁਆਂਢੀ ਦਾ ਖੇਤ ਆ, ਆ ਮੇਰਾ ਖੇਤ ਹੈ ਜੀ ਬਾਈ। ਠੀਕ ਹੈ, ਮੰਨ ਲਓ ਇੱਥੇ ਆਹ ਨਰਮਾ ਨਹੀਂ ਝੋਨਾ ਲੱਗਿਆ ਹੋਇਆ, ਮੇਰਾ ਆਰਗੈਨਿਕ ਨਰਮਾ ਲੱਗਿਆ ਹੋਇਆ, ਇੱਥੇ ਇਹਨੇ 240 ਯੂਜ਼ ਕਰ ਲਈ, ਮੇਰਾ ਨਰਮਾ ਸਤਿਆਨਾਸ਼ ਹੋ ਗਿਆ ਜੀ ਬਾਈ। ਬਿਲਕੁਲ, ਇਹਦਾ ਜਿਹੜਾ ਆਰਗੈਨਿਕ ਰਹਿ ਗਿਆ। ਕਿਉਂਕਿ ਦੇਖੋ ਕੋਈ ਵੀ ਕੈਮੀਕਲ ਆ ਜਿਹੜਾ ਤੁਸੀਂ ਦੇਖੋ, ਜਿਹੜਾ ਆਰਗੈਨਿਕ ਸਿਸਟਮ ਆ ਨਾ, ਇਹ ਇੱਕ ਮੰਨ ਲਓ ਮੈਂ ਇਸ ਨੂੰ ਇੰਨੀ ਕੁ ਰਿਸਪੈਕਟ ਦਿੰਦਾ ਕਿ ਇਹ ਪਰਮਾਤਮਾ ਦੇ ਨਾਂ ਦੇ ਬਰਾਬਰ ਦਾ ਸ਼ਬਦ ਆ। ਇਹ ਚੀਜ਼ ਸਿਹਤ ਨਾਲ ਜੁੜੀ ਹੋਈ ਆ। ਠੀਕ ਹੈ, ਤੇ ਸਿਹਤ ਪਰਮਾਤਮਾ ਨੇ ਵੀ ਬਖਸ਼ਣੀ ਆ ਤੇ ਆਪਾਂ ਨੂੰ ਆਪਦੇ ਭੋਜਨ ਨੇ ਵੀ ਬਖਸ਼ਣੀ ਆ ਜੀ ਬਾਈ। ਠੀਕ ਹੈ, ਜਿਹੜਾ ਆਰਗੈਨਿਕ ਖੇਤੀ ਲੇਅਰਾਂ ਦੇ ਵਿੱਚ ਹੋਵੇ ਜਾਂ ਆਰਗੈਨਿਕ ਖੇਤੀ ਡੱਬਿਆਂ ਦੇ ਵਿੱਚ ਹੋਵੇ, ਛੋਟੇ ਜਗ੍ਹਾ ਦੇ ਵਿੱਚ ਹੋਵੇ, ਚਾਰੇ ਪਾਸੇ ਖੇਤ ਤਾਂ ਕੈਮੀਕਲ ਵਾਲਾ, ਵਿਚਾਲੇ ਆਰਗੈਨਿਕ ਹੈ। ਠੀਕ ਹੈ, ਜਿਹੜਾ ਸਾਈਡ ਤੇ ਕੈਮੀਕਲ ਯੂਜ਼ ਹੋ ਰਿਹਾ ਸਪਰੇਹਾਂ ਦੇ ਵਿੱਚ, ਫਰਟੀਲਾਈਜ਼ਰ ਦੇ ਵਿੱਚ, ਬਾਰਿਸ਼ ਦਾ ਪਾਣੀ ਆ ਕੇ ਇੱਧਰ ਆ ਜਾਣਾ, ਉੱਧਰ ਚਲਾ ਜਾਣਾ, ਤਾਂ ਇਹਦੇ ਕਰਕੇ ਆਰਗੈਨਿਕ ਖੇਤੀ ਡਿਸਟਰਬ ਹੁੰਦੀ ਹੈ। ਠੀਕ ਹੈ, ਇਹਦੀ ਲੇਬਲ ਕਲੇਮਿੰਗ 'ਚ ਪ੍ਰੋਬਲਮ ਆਉਂਦੀ ਆ ਜੀ ਬਾਈ। ਤੁਸੀਂ ਦੇਖੋ ਵੀ ਜੇਕਰ ਆਪਣੇ ਕੋਲੇ ਇਸ ਤਰ੍ਹਾਂ ਦੀਆਂ ਮਸ਼ੀਨਾਂ ਹੈਗੀਆਂ ਵੀ ਆਪਣੇ ਸਰੀਰ ਦੀ ਅਲਟਰਾਸਾਊਂਡ 5 ਮਿੰਟਾਂ 'ਚ ਕਰਕੇ ਰਿਜ਼ਲਟ ਮਿਲ ਜਾਂਦਾ, ਪਤਾ ਲੱਗ ਜਾਂਦਾ। ਆਪਣੇ ਬਲੱਡ ਦਾ ਸੈਂਪਲ ਤੋਂ ਲੈ ਕੇ ਪਤਾ ਲੱਗ ਜਾਂਦਾ ਇਹ 'ਚ ਬਲੱਡ ਕੈਂਸਰ ਹੈ ਜਾਂ ਨਹੀਂ ਹੈ, ਇਸ ਪੋਰਸ਼ਨ ਦੇ ਵਿੱਚ ਪ੍ਰੋਬਲਮ ਹੈ। ਤਾਂ ਆਪਾਂ ਨੂੰ ਕਿਸੇ ਵੀ ਕ੍ਰੌਪ ਦੇ ਫਸਲ ਦੇ ਦਾਣਿਆਂ ਤੋਂ ਜਾਂ ਕਿਸ ਤਰ੍ਹਾਂ ਵੀ ਉਹਦੀ ਸ਼ਕਲ ਸੂਰਤ ਹੈਗੀ ਆ, ਉਸ ਤੋਂ ਆਪਾਂ ਨੂੰ ਮਸ਼ੀਨ ਦੇ ਵਿੱਚ ਪਾ ਕੇ ਇਹ ਕਿਉਂ ਨਹੀਂ ਪਤਾ ਲੱਗਦਾ ਵੀ ਇਹਦੇ 'ਚ ਕਿੰਨਾ ਜ਼ਹਿਰ ਹੈ। ਜ਼ਹਿਰ ਦੇ ਮੁਤਾਲਕ ਆਪਾਂ ਨੂੰ ਰੇਟ ਮਿਲ ਜੇ। ਮਸ਼ੀਨਾਂ ਉਹ ਬਣੀਆਂ ਹੋਈਆਂ
ਹਾਂ ਉਹਨਾਂ ਦੀ ਇੰਪਲੀਮੈਂਟੇਸ਼ਨ ਦੀ ਜ਼ਰੂਰਤ ਹੈ, ਉਹਨਾਂ ਦੇ ਵਿੱਚ ਰੈਕਟੀਫਿਕੇਸ਼ਨ ਦੀ ਜ਼ਰੂਰਤ ਹੈ, ਪਰ ਸਰਕਾਰ ਉਹਨਾਂ ਨੂੰ ਕਦੇ ਵੀ ਅੱਗੇ ਨਹੀਂ ਆਉਣ ਦੇਗੀ, ਕਿਉਂਕਿ ਇੱਥੇ ਭੋਜਨ ਦਾ ਮਸਲਾ, ਇੱਥੇ ਆਬਾਦੀ ਨੂੰ ਸੰਭਾਲਣ ਦਾ ਮਸਲਾ, ਇੱਥੇ ਵੋਟਾਂ ਦਾ ਮਸਲਾ, ਇੱਥੇ ਬਿਜ਼ਨਸ ਦਾ ਮਸਲਾ, ਇੱਥੇ ਅਵੇਅਰਨੈਸ ਦਾ ਮਸਲਾ, ਇਹ ਮਸਲੇ ਇੱਕ ਲਾਈਨ ਦੇ ਨਾਲ, ਇੱਕ ਗੱਲ ਦੇ ਨਾਲ ਜਾਂ 1 ਮਿੰਟ ਜਾਂ 1 ਘੰਟੇ ਦੇ ਵਿੱਚ ਹੱਲ ਤਾਂ ਹੋਣ ਵਾਲੇ ਹੈ ਨਹੀਂ ਜੀ। ਇਹ ਅਸਲ ਦੇ ਵਿੱਚ ਕੀ ਹੈ ਕਿ ਜਿਹੜਾ ਲੋਕ ਖੁਦ ਨੂੰ ਚੇਂਜ ਨਹੀਂ ਕਰਨਾ ਚਾਹੁੰਦੇ, ਆਮਦਨ ਤਾਂ ਹਰ ਕੋਈ ਵਧਾਉਣਾ ਚਾਹੁੰਦਾ। ਫੋਨ ਆ ਜਾਊਗਾ ਮੇਰੇ ਸਰਕਲ ਦੇ ਵਿੱਚੋਂ ਕਿਸੇ ਬੰਦੇ ਤੋਂ ਲੈ ਕੇ ਮੈਨੂੰ ਫੋਨ ਕਰ ਲਿਆ ਕਿਸੇ ਬੰਦੇ ਨੇ ਕਿ ਬਾਈ ਜੀ ਤੁਸੀਂ ਇੰਟਰਵਿਊ ਦਿੱਤੀ ਹੈ ਤੇ ਵੀ ਤੁਸੀਂ ਇੰਨੇ ਲੱਖ ਦੀ ਖੇਤੀ 1 ਕਿੱਲੇ ਚੋਂ ਕਿਵੇਂ ਕਹਿ ਸਕਦੇ ਹੋ ਜੀ ਬਾਈ। ਮੈਂ ਤਾਂ ਕਿਹਾ ਤੁਸੀਂ 2 ਮਿੰਟ ਸਮਾਂ ਕੱਢੋ, ਆਪਾਂ ਗੱਲ ਕਰਦੇ ਹਾਂ ਜੀ। ਕਿਸੇ ਬੰਦੇ ਨੇ ਕਿਸੇ ਸਾਧੂ ਤੋਂ ਸਵਾਲ ਪੁੱਛਿਆ ਵੀ ਰੱਬ ਕੀ ਹੁੰਦਾ ਤੇ ਕਿੱਡਾ ਕੁ ਵੱਡਾ ਕੁਛ ਆ ਜੀ ਬਾਈ, ਤੇ ਉਹ ਕਹਿੰਦਾ ਵੀ ਤੁਹਾਨੂੰ ਇੱਥੋਂ ਤਾਰਾ ਛੋਟਾ ਲੱਗਦਾ ਨਾ, ਠੀਕ ਹੈ, ਜਦੋਂ ਤੁਸੀਂ ਤਾਰੇ ਬਾਰੇ ਸੋਚੋਗੇ ਤਾਂ ਇੱਥੋਂ ਛੋਟਾ ਲੱਗ ਰਿਹਾ ਉਹ, ਪਰ ਜਦੋਂ ਉਹਦੇ ਬਾਰੇ ਪੜ੍ਹੋਗੇ ਤਾਂ ਉਹ ਬਹੁਤ ਵੱਡਾ। ਇੱਥੋਂ ਬੈਠਾ ਤੁਹਾਨੂੰ ਸੂਰਜ ਬਹੁਤ ਜ਼ਿਆਦਾ ਵੱਡਾ ਲੱਗਦਾ, ਜਦੋਂ ਉਹਦੇ ਬਾਰੇ ਪੜ੍ਹੋਗੇ ਤਾਂ ਉਹ ਬਹੁਤ ਜ਼ਿਆਦਾ ਵੱਡਾ। ਜੇ ਤੁਸੀਂ ਤਾਰੇ ਉੱਪਰ ਚਲੇ ਗਏ ਤੁਹਾਨੂੰ ਧਰਤੀ ਛੋਟੀ ਲੱਗਣ ਲੱਗ ਜਾਣੀ ਹੈ, ਤੁਸੀਂ ਸੂਰਜ ਉੱਪਰ ਚਲੇ ਗਏ ਤੁਹਾਨੂੰ ਸਾਰਾ ਕੁਝ ਛੋਟਾ ਲੱਗਣ ਲੱਗ ਜਾਣਾ, ਤੁਸੀਂ ਖਤਮ ਹੋ ਜਾਣਾ। ਕਹਿੰਦਾ ਜਦੋਂ ਤੁਸੀਂ ਰੱਬ ਬਾਰੇ ਪੂਰਾ ਜਾਣ ਲਿਆ ਤੁਸੀਂ ਆਪਦਾ ਅਸਤੀ ਮਿਟਾ ਦੋਗੇ। ਜਿੰਨੇ ਵੀ ਅੱਜ ਤੱਕ ਰੱਬ ਦੇ ਮੰਨ ਲਓ ਭਗਤ ਹੋਏ ਆ, ਵੀ ਆਪਾਂ ਅਮਰੀ ਉਸ ਨੂੰ ਕਹਿੰਦੇ ਆ ਵੀ ਜਿਹੜਾ ਖੁਦ ਰੱਬ ਦੇ ਵਿੱਚ ਜਾ ਕੇ ਮਿਲ ਗਿਆ, ਠੀਕ ਹੈ। ਜਿਹੜਾ ਇਹ ਸਿਸਟਮ ਆ ਵੀ ਆਪਾਂ ਕਿਸੇ ਬੰਦੇ ਨੂੰ ਕਹਿਣਾ ਵੀ ਇਹ ਚੋਂ ਜੀ 50,000 ਦੀ ਖੇਤੀ ਹੁੰਦੀ ਆ, ਇਹ ਚੋਂ 50 ਲੱਖ ਦੀ ਵੀ ਖੇਤੀ ਹੁੰਦੀ ਆ। ਕਾਰਪੋਰੇਟ ਜਿਹੜਾ ਆ ਰਿਹਾ ਖੇਤੀ ਦੇ ਵਿੱਚ ਆ ਰਿਹਾ, ਉਹ ਇਸ ਚੀਜ਼ ਨੂੰ ਭਲੀ ਭਾਂਤ ਜਾਣਦਾ ਵੀ ਇਹ ਜੋ 50,000 ਦੀ ਹੋ ਰਹੀ ਹੈ, ਮੈਂ ਲੱਖ ਦੇ ਦੂੰਗਾ ਫਾਰਮਰ ਨੂੰ, ਪਰ ਮੈਂ 50 ਲੱਖ ਵੱਟ ਲੂੰਗਾ ਉਸ ਤੋਂ ਅੱਗੇ। ਇਹ ਕਾਰਪੋਰੇਟ ਭਲੀ ਭਾਂਤ ਜਾਣਦਾ ਵੀ ਮੈਂ MP ਨੂੰ ਵੀ ਰਜਾ ਦੂੰ, ਮੈਂ CM ਨੂੰ ਵੀ ਰਜਾ ਦੂੰ, ਤੇ ਮੈਂ PM ਨੂੰ ਵੀ ਰਜਾ ਦੂੰ, ਇੰਟਰਨੈਸ਼ਨਲ ਕੋਈ ਖਿਡਾਰੀ ਹੋਇਆ ਉਹਨੂੰ ਵੀ ਰਜਾ ਦੂੰ, ਪਰ ਮੈਨੂੰ ਫਿਰ ਵੀ ਪੈਸੇ ਬਚ ਜਾਣਗੇ। ਜੇ ਮੈਨੂੰ 4 ਸਾਲ 5 ਸਾਲ ਇਸ ਚੀਜ਼ ਦੇ ਸਿਸਟਮ ਨੂੰ ਬਣਾਉਣ ਵਾਸਤੇ ਪੈਸੇ ਲਾਉਣ ਦੀ ਜ਼ਰੂਰਤ ਹੋਈ ਹਜ਼ਾਰਾਂ ਖਰਬਾਂ ਦੀ, ਤਾਂ ਉਹ ਲਾ ਦੂਗਾ, ਉਹਦੇ ਕਿਤੇ ਨਾ ਕਿਤੇ ਜਾ ਕੇ ਪੂਰੇ ਹੋਣੇ ਆ। ਇੱਕ ਮੰਨ ਲਓ ਥਰਮਲ ਲੱਗਦਾ, ਉਹ ਟਾਈ ਅਪ ਕਰਦਾ ਸਰਕਾਰ ਦੇ ਨਾਲ ਵੀ ਮੇਰਾ ਇਹ 3000 ਕਰੋੜ ਦਾ ਪ੍ਰੋਜੈਕਟ ਆ ਜੀ ਬਾਈ, ਤੇ ਮੈਂ ਇਹ 2 ਸਾਲ ਦੇ ਵਿੱਚ ਰਿਕਵਰੀ ਕਰਨੀ ਹੈ, 3 ਸਾਲ ਦੇ ਵਿੱਚ ਰਿਕਵਰੀ ਕਰਨੀ ਆ, ਤੇ ਮੇਰੀਆਂ ਇਹ ਸ਼ਰਤਾਂ ਨੇ, ਇਹ ਤੇ ਹੱਲ ਕਰੋ, ਤੇ ਮੇਰੀਆਂ ਇਹ ਡਿਮਾਂਡਾਂ ਨੇ ਪੂਰੀਆਂ ਕਰੋ। ਸਰਕਾਰ ਡਿਮਾਂਡਾਂ ਵੀ ਪੂਰੀਆਂ ਕਰਦੀ ਹੈ, ਸ਼ਰਤਾਂ ਤੇ ਵੀ ਸਾਈਨ ਕਰਦੀ ਹੈ, ਤੇ ਫਿਰ ਉਹ 3 ਸਾਲਾਂ ਬਾਅਦ ਜਦੋਂ ਉਹਦਾ ਕਬਜ਼ਾ ਹੋ ਜਾਂਦਾ ਸਰਕਾਰ ਦੀ, ਉਹ ਇੱਕ ਕਮਜ਼ੋਰੀ ਬਣ ਜਾਂਦੀ ਹੈ, ਤੇ ਉਹ ਸਰਕਾਰ ਨਾ ਤਾਂ ਉਹਨੂੰ ਛੱਡ ਸਕਦੀ ਹੈ ਤੇ ਨਾ ਉਹਨੂੰ ਭਜਾ ਸਕਦੀ ਹੈ, ਠੀਕ ਹੈ। ਉਹਨੂੰ ਸਰਕਾਰ ਨੂੰ ਉਹਦੇ ਨਾਲ ਮਿਲ ਕੇ ਚੱਲਣਾ ਪੈਂਦਾ, ਠੀਕ ਹੈ। ਸਰਕਾਰੀ ਅਦਾਰੇ ਕਮਜ਼ੋਰ ਹੋਣ ਦਾ ਕਾਰਨ ਕਰਕੇ ਹੀ ਪ੍ਰਾਈਵੇਟ ਸੈਕਟਰ ਹਾਈ ਹੋਇਆ। ਪ੍ਰਾਈਵੇਟ ਹਸਪਤਾਲ ਕਿਉਂ ਬਣੇ ਆ? ਸਰਕਾਰੀ ਕਮਜ਼ੋਰ ਹੋ ਗਏ, ਸਰਕਾਰੀ ਹਸਪਤਾਲਾਂ ਦੀ ਸਹੂਲਤਾਂ ਦੀ ਕਮੀ ਕਰਤੀ। ਆਹ ਜਿਹੜਾ ਸਿਸਟਮ ਆਪਣਾ ਹੈਗਾ ਇਹ ਪ੍ਰਾਈਵੇਟ ਸਿਸਟਮ ਆ, ਸਰਕਾਰੀ ਸਿਸਟਮ ਦੇ ਨਾਲ ਜੁੜਿਆ ਹੋਇਆ। ਸਰਕਾਰ ਦੀ ਆਮਦਨ ਆਪਣੀ ਫਸਲ ਦੇ ਵਿੱਚੋਂ ਨਿਕਲਦੀ ਆ। ਸਟੇਟਾਂ ਜਿਹੜੀਆਂ ਹੈਗੀਆਂ ਖੇਤੀਬਾੜੀ ਸਿਰ ਚੱਲ ਰਹੀਆਂ, ਪਰ ਖੇਤੀਬਾੜੀ ਨੂੰ ਸਪੋਰਟ ਨਹੀਂ ਕਰ ਰਹੀਆਂ, ਰੂੰਗੇ ਵੰਡ ਰਹੀਆਂ। ਉਹਦੇ ਕਰਕੇ ਫਾਰਮਰ ਵੀ ਮਰ ਰਿਹਾ, ਸਟਰਗਲ ਵੀ ਕਰ ਰਿਹਾ, ਤੇ ਸਟੇਟ ਦਾ ਵੀ ਵਿਕਾਸ ਨਹੀਂ ਹੋ ਰਿਹਾ, ਦੇਸ਼ ਦਾ ਵੀ ਨਹੀਂ ਹੋ ਰਿਹਾ। ਇਹ ਸਿਸਟਮ ਆ ਜੀ। ਸੋ ਭਰਾਵੋ, ਇਹ ਸੀ ਗੱਲਾਂ ਬਾਤਾਂ ਬਾਈ ਪ੍ਰਗਟ ਨਾਲ ਨਰਮੇ ਬਾਰੇ ਤੇ ਅੱਜ ਦੇ ਖੇਤੀ ਮਾਡਲ ਬਾਰੇ। ਇਹਦੇ ਵਿੱਚੋਂ ਕਿਵੇਂ ਨਿਕਲਿਆ ਜਾ ਸਕਦਾ ਹੈ, ਕਿਹੜੇ ਬੀਜ ਵਰਤ ਸਕਦੇ ਆ, ਕਿਵੇਂ ਆਮਦਨ ਵਧਾਈ ਜਾ ਸਕਦੀ ਹੈ, ਇਹ ਸਾਰੀਆਂ ਗੱਲਾਂ ਬਾਤਾਂ ਬਾਈ ਪ੍ਰਗਟ ਨੇ ਕੀਤੀਆਂ ਨੇ। ਤੇ ਇਹਨਾਂ ਦੀ ਜਿਹੜੀ ਕਿਤਾਬ ਆ ਨਰਮਾ, ਇਹ ਨੰਬਰ ਵੀ ਪਾਵਾਂਗੇ ਨਾਲ, ਉੱਤੇ ਵੀ ਮੰਗਾ ਸਕਦੇ ਹੋ ਤੁਸੀਂ, ਤੇ Amazon ਤੇ ਵੀ ਪਈ ਆ। ਹਾਂਜੀ, Amazon ਤੇ ਤੁਸੀਂ ਮੇਰਾ ਨਾਮ ਸਰਚ ਕਰਦੇ ਹੋ Amazon ਇੰਡੀਆ ਵਾਲੇ ਤੇ, ਪ੍ਰਗਟ ਸਿੰਘ, ਤੇ ਹਿੰਦੀ ਪੰਜਾਬੀ ਦੋਨੇ ਕਿਤਾਬਾਂ ਅਵੇਲੇਬਲ ਆ ਜੀ ਉੱਥੇ। ਠੀਕ ਆ, ਹਿੰਦੀ ਤੇ ਪੰਜਾਬੀ ਚ ਦੋਵੇਂ ਭਾਸ਼ਾਵਾਂ ਦੇ ਵਿੱਚ ਕਿਤਾਬ ਮਿਲ ਜਾਂਦੀ ਆ ਇਹ। ਸੇ ਆਸ ਕਰਦੇ ਆ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਹੋਰਾਂ ਨਾਲ ਸ਼ੇਅਰ ਜ਼ਰੂਰ ਕਰਿਓ। ਧੰਨਵਾਦ। ਕੱਟ ਗਿਆ 46 ਮਿੰਟ ਓਏ ਮੇਰੇ ਰੱਬਾ।